सत श्री अकाल जी, मैं सिमरन। तुसीं जुड़े हो दी पंजाब टॉक्स नाल लैके हाज़र होया देश दुनिया भर दीआं ताज़ा ते वड्डियां खबरां। रुख करदे हां पहली खबर। एक पासे सिख जथेबंदियां शिव सेना बाल ठाकरे दे पंजाब मीत प्रधान हरविंदर सोनी दे एक निजी चैनल नूं दरबार साहिब ते हमले दे बारे दिते बयान दा विरोध कर रहीआं ने अते कल सवेर तो ही एसएसपी दफ्तर दे बाहर दिन रात डटियां होईआं ने। उत्थे ही शिव सेना आगूआं दी आपसी लड़ाई भी सामने आई है। शिव सेना आगू हरविंदर सोनी दे माफी मंगण दे बावजूद सिख जथेबंदियां उस उत्ते हमला दर्ज करन अते उस दी गिरफ्तारी दी मंग कर रहीआं ने। दूजे पासे सोनी दी ही पार्टी शिव सेना बाल ठाकरे दे पंजाब प्रधान योगराज शर्मा ने रविंदर सोनी नूं पंजाब मीत प्रधान दे अहुदे तो हटाउण दा एक पत्र जारी कर दिता है। हालांकि इस दे बारे हरविंदर सोनी ने प्रतिक्रिया दी है कि पंजाब प्रधान कोल उस नूं अहुदा खोण दा अधिकार प्राप्त नहीं है। सोनी दे अनुसार उस नूं पार्टी विचों कड्ढण दे बयान पंजाब प्रधान पहलां भी कई वार दे चुके हैं। नहीं लैटर है ਜਿਹੜਾ ਤੁਸੀਂ ਦੇਖਿਆ ਹੋਇਆ ਹੈ ਮੈਨੂੰ ਤਾਂ ਸਮਝ ਨਹੀਂ ਆਉਂਦੀ ਕਿਸੇ ਨੂੰ 2021 ਦਾ ਲੈਟਰ ਆਇਆ ਹੋਇਆ ਕਿਸੇ ਨੂੰ 2022 ਦਾ ਲੈਟਰ ਹੈ। ਇਹ 11ਵਾਂ ਲੈਟਰ ਹੈ ਸਰ ਜਿਹੜਾ ਉਹ ਯੋਗਰਾਜ ਸ਼ਰਮਾ ਦੁਆਰਾ ਰਿਲੀਜ਼ ਕੀਤਾ ਗਿਆ ਹੈ। ਉਹਨੇ ਮੇਰੀ ਗੱਲ ਹੋਈ ਹੈ ਮਾਤੋਸ਼ਰੀ ਕੋਈ ਉਹਨਾਂ ਨੂੰ ਇਹੋ ਜਿਹੀ ਇਨਫੋਰਮੇਸ਼ਨ ਨਹੀਂ ਹੈਗੀ। ਇਹ ਜਦ ਸਭ ਆਪਣੇ ਕੋਲ ਹੀ ਮਾਰਦਾ ਰਹਿੰਦਾ। ਐਕਚੁਅਲੀ ਸਾਡੀ ਪਾਰਟੀ ਦੇ ਵਿੱਚ ਗਰੁੱਪਿਜ਼ਮ ਹੈ। ਗਰੁੱਪਿਜ਼ਮ ਹਰ ਪਾਰਟੀ ਵਿੱਚ ਹੁੰਦੇ ਆ, ਸਾਡੀ ਪਾਰਟੀ ਵਿੱਚ ਵੀ ਹੈ। ਇਹਨੂੰ ਹਮੇਸ਼ਾ ਰਹਿੰਦਾ ਕਿ ਇਹਨੂੰ ਕੰਪੀਟੀਟਰ ਜਿਹੜੇ ਆਪਣੇ ਖਤਮ ਕਰਨੇ ਆ। ਬਟ ਮੈਨੂੰ ਸਮਝ ਨਹੀਂ ਆਉਂਦੀ ਕਿ ਅਸੀਂ ਫੇਰ ਵੀ ਇਹਦਾ ਰਿਗਾਰਡ ਕਰਨੇ ਆ ਕਿ ਸਾਡੇ ਪ੍ਰੋਟੋਕੋਲ ਦੇ ਅਕੋਰਡਿੰਗ ਹੈ, ਸਾਡਾ ਰਾਜ ਪ੍ਰਮੁੱਖ ਹੈ। ਅਸੀਂ ਮਾਨ ਸਨਮਾਨ ਨਹੀਂ, ਜਿੱਥੋਂ ਬਾਹਰ ਵੀ ਜਾਈਏ ਸਾਡੇ ਕੋਲ ਪੁੱਛਦੇ ਆ ਤੇ ਆਪਾਂ ਬੜੇ ਸਨਮਾਨ ਦੇ ਨਾਲ ਕਹਿੰਦੇ ਆ ਕਿ ਸਾਡਾ ਰਾਜ ਪ੍ਰਮੁੱਖ ਹੈ। ਪਰ ਇਹ ਮੈਨੂੰ ਸਮਝ ਨਹੀਂ ਆਉਂਦੀ ਕਿ ਜਿਹਨੂੰ ਵੀ ਕਦੀ ਲੱਗਦਾ ਹੈ ਕਿ ਇਹਨੂੰ ਅੱਜ ਜ਼ਰੂਰਤ ਹੈ ਪਾਰਟੀ ਦੀ, ਇਹ ਹਮੇਸ਼ਾ ਇੱਦਾਂ ਹੀ ਕਿਉਂ ਕਰਦਾ ਹੈ ਹਰ ਇੱਕ ਵਾਸਤੇ। ਜੇ ਉਹ ਸਾਡੇ ਇੰਦਰਜੀਤ ਕਰਵਲ ਜੀ ਨਾਲ ਇਸ਼ੂ ਬਣਿਆ ਫਗਵਾੜਾ ਦੇ ਵਿੱਚ, ਉਹਨਾਂ ਵੱਲੋਂ ਲਿਖ ਦਿੱਤਾ ਕਿ ਉਹਨਾਂ ਨੂੰ ਪਾਰਟੀ ਚੋਂ ਕੱਢ ਦਿੱਤਾ ਗਿਆ। ਜੇ ਉਹ ਹਰੀਸ਼ ਸਿੰਗਲਾ ਜੀ ਨਾਲ ਉੱਥੇ ਇਸ਼ੂ ਬਣਿਆ ਪਟਿਆਲਾ ਦੇ ਵਿੱਚ, ਇਹਨੇ ਕਹਿ ਦਿੱਤਾ ਕਿ ਉਹਨਾਂ ਨੂੰ ਪਾਰਟੀ ਵਿੱਚੋਂ ਕੱਢ ਦਿੱਤਾ ਗਿਆ। ਤੇ ਅੱਜ ਇੱਕ ਕੋਈ ਬਿਨਾਂ ਵਜ੍ਹਾ ਦਾ ਜੋ ਇਸ਼ੂ ਬਣਿਆ ਗੁਰਦਾਸਪੁਰ ਦੇ ਵਿੱਚ, ਉਹਦੇ ਵਾਸਤੇ ਇਹਨੂੰ ਲੱਗਿਆ ਮੌਕਾ ਕਿ ਮੈਂ ਇਹ ਦੁਬਾਰਾ ਲਿਖ ਦੇਵਾਂ। ਪਰ ਮੈਂ ਵੀ ਬੜਾ ਸਿਆਣਾ ਹੋਇਆ, ਮੈਂ ਸਿੱਧਾ ਮਾਤੋਸ਼ਰੀ ਕਾਲ ਕੀਤਾ। ਉੱਥੇ ਉਹਨਾਂ ਕੋਲ ਮੈਨੂੰ ਕੋਈ ਕਨਫਰਮੇਸ਼ਨ ਹੋਈ ਹੈ ਕਿ ਉਹਨਾਂ ਤੱਕ ਇਹੋ ਜਿਹੀ ਕੋਈ ਇਨਫੋਰਮੇਸ਼ਨ ਨਹੀਂ ਹੈ। ਇਹ ਲੈਟਰ ਕੀ ਮੰਨਦੇ ਹੋ? ਜਾਲੀ ਲੈਟਰ ਹੈਗਾ ਜਿਹੜਾ ਫੇਕ ਲੈਟਰ ਜਿਹੜਾ ਵਾਇਰਲ ਹੋ ਰਿਹਾ? ਨਹੀਂ ਜਾਲੀ, ਆਈ ਡੋਂਟ ਨੋ ਕਿ ਜਾਲੀ ਹੈ ਕਿਸ ਤਰ੍ਹਾਂ ਵਾ, ਪਰ ਇਹਦੀ ਕੋਈ ਔਥੈਂਟੀਕੇਸ਼ਨ ਨਹੀਂ ਹੈਗੀ। ਇਹ ਔਥੈਂਟਿਕ ਨਹੀਂ ਹੈਗਾ ਕਿ ਇਹਦੀ ਕੋਈ ਰਿਲਾਇਬਿਲਿਟੀ ਹੈ। ਇਹਦੇ ਕੋਲ ਕੋਈ ਅਧਿਕਾਰ ਨਹੀਂ ਹੈ ਰਾਜ ਕਾਰਜਕਾਰਨੀ ਦੇ ਵਿੱਚੋਂ ਕਿਸੇ ਨੂੰ ਨਿਸ਼ਕਾਸਿਤ ਕਰਨ ਦਾ। ਇਹ ਸਿਰਫ ਕਰ ਸਕਦੇ ਆ ਆਦਰਨੀ ਸਾਡੇ ਰਾਜ ਸਚਿਵ ਜਿਹੜੇ ਨੈਸ਼ਨਲ ਸਚਿਵ ਜਿਹੜੇ ਸਾਡੇ ਹੈਗੇ ਨੇ ਅਨਿਲ ਦੇਸਾਈ ਜੀ, ਉਹ ਸਿਰਫ ਉद्धਵ ਸਾਹਿਬ ਦੇ ਆਦੇਸ਼ ਦੇ ਨਾਲ ਉਹ ਕਰ ਸਕਦੇ ਆ। ਅਦਰਵਾਈਜ਼ ਹੋਰ ਕਿਸੇ ਨੂੰ ਕੋਈ ਅਧਿਕਾਰ ਨਹੀਂ ਹੈ। ਇਹਨਾਂ ਵੱਲੋਂ ਕਿਹਾ ਜਾ ਰਿਹਾ ਕਿ ਮੇਰੀ ਉੱਪਰ ਹਾਈ ਕਮਾਂਡ ਤੇ ਗੱਲ ਹੋਈ ਆ, ਤੁਹਾਡੀ ਵੀ ਗੱਲਬਾਤ ਹੋਈ ਹੈ ਇਸ ਸੰਬੰਧ? ਨਹੀਂ, ਉਹਨਾਂ ਨੇ ਕਿਹਾ ਹੋਏਗਾ ਬੇਸ਼ੱਕ, ਬਟ ਮੇਰੀ ਵੀ ਗੱਲ ਹੋਈ ਉੱਥੇ ਮਾਤੋਸ਼ਰੀ ਦੇ। ਉਹਨਾਂ ਨੇ ਕਿਹਾ ਕਿ ਸਾਨੂੰ ਇਹੋ ਜਿਹੀ ਕੋਈ ਜਾਣਕਾਰੀ ਨਹੀਂ ਹੈ। ਤੁਸੀਂ ਆਪਣੇ ਉੱਪਰ ਹਾਈ ਕਮਾਂਡ ਨੂੰ ਸੂਚਿਤ ਕਰ ਦਿੱਤਾ ਇਸ ਸਾਰੇ ਮਾਮਲੇ ਨੂੰ? ਬਿਲਕੁਲ ਕਰ ਦਿੱਤਾ ਜੀ। ਉਹਨਾਂ ਵੱਲੋਂ ਕੀ ਰਿਐਕਸ਼ਨ ਹੈਗਾ ਉਹਨਾਂ ਦਾ? ਨਹੀਂ, ਉਹਨਾਂ 'ਚ ਕੋਈ ਨਹੀਂ। ਉਹਨਾਂ ਕਿਹਾ ਕਿ ਸਾਨੂੰ ਪੂਰੀ ਜਾਂਚ ਕਰ ਲੈਂਦੇ ਹਾਂ ਕਿ ਐਕਚੁਅਲੀ ਮੈਂ ਦੱਸਿਆ ਉਹਨਾਂ ਨੂੰ ਕਿ ਸਰ ਇੱਕ ਅੱਧਾ ਸ਼ਬਦ ਜਿਹੜਾ ਗਲਤੀ ਨਾਲ ਬੋਲਿਆ ਗਿਆ, ਉਹਦਾ ਕਾਰਨ ਕੀ ਸੀਗਾ ਕਿ ਉਸ ਵੇਲੇ ਉਹ ਧਿਆਨ ਸਿਰਾ 3-4 ਜਗ੍ਹਾ ਦੇ ਉੱਪਰ ਸੀਗਾ ਬੋਲਿਆ ਕੀ ਗਿਆ ਉਹ ਸਾਨੂੰ ਤਾਂ ਅੱਜ ਨਹੀਂ ਪਤਾ। 10 ਦਿਨ ਬਾਅਦ ਜਾ ਕੇ ਉਹਨੂੰ ਇਸ਼ੂ ਬਣਾਇਆ ਜਾ ਰਿਹਾ। 10 ਦਿਨ ਦਾ ਕਿਸੇ ਨੂੰ ਪਤਾ ਵੀ ਨਹੀਂ ਸੀਗਾ ਕਿ ਕੀ ਗੱਲ ਹੋ ਰਹੀ ਆ। ਹੁਣ ਕਿਉਂ ਬਣਾਇਆ ਗਿਆ ਉਹ ਵੀ ਮੈਨੂੰ ਕਾਰਨ ਨਹੀਂ ਸਮਝ ਆ ਰਿਹਾ। ਪਰ ਚਲੋ ਜੋ ਬਣਾਇਆ ਤੇ ਫਿਰ ਵੀ ਮੈਂ ਕਿਹਾ ਕਿ ਹਿੰਦੂ ਸਿੱਖ ਦੀ ਜੋ ਇੱਕ ਸਾਂਝਤਾ ਹੈ, ਉਹਨਾਂ ਦੇ ਸਾਂਝਾਪਨ ਜਿਹੜਾ ਉਹਨੂੰ ਕਾਇਮ ਰੱਖਣ ਵਾਸਤੇ ਅਗਰ ਉਸ ਚੀਜ਼ ਨੂੰ ਰਿਅਲਾਈਜ਼ ਕੀਤਾ ਜਾਵੇ ਤਾਂ ਮੈਂ ਰਿਅਲਾਈਜ਼ ਕੀਤਾ ਕਿ ਉਹ ਸ਼ਬਦ ਜਿਹੜੇ ਬੋਲੇ ਗਏ ਉਹ ਗਲਤ ਸੀਗੇ। ਠੀਕ ਆ, ਉਹਦੇ ਵਾਸਤੇ ਮੈਂ ਸੌਰੀ ਵੀ ਫੀਲ ਕੀਤਾ। ਤੇ ਪਰ ਇਹ ਪੋਜੀਸ਼ਨ ਸਿੰਪਲ ਜੀ ਨਹੀਂ ਕਿ ਮੇਰਾ ਜੋ ਫਰਜ਼ ਸੀਗਾ ਮੈਂ ਪੂਰਾ ਕਰ ਦਿੱਤਾ ਹੈ। ਅੱਗੇ ਬਾਕੀ ਉਹਨਾਂ ਦੀ ਇੱਛਾ। ਸਿੱਖ ਜਥੇਬੰਦੀਆਂ ਅਜੇ ਵੀ ਕਿਹਾ ਜਾ ਰਿਹਾ ਕਿ ਉਹ ਮਾਫੀ ਨਹੀਂ ਚਾਹੁੰਦੇ, ਅਗੇ ਤੁਹਾਡੇ ਤੇ ਪਰਚਾ ਦਰਜ ਕਰਨਗੇ। ਜੇ ਨਹੀਂ ਹੁੰਦਾ ਤਾਂ ਉਹ ਘਰ ਦਾ ਘਰਾਓ ਵੀ ਕਰਨਗੇ। ਦੇਖੋ, ਇਹ ਉਹਨਾਂ ਦੀ ਵਿਚਾਰਧਾਰਾ ਨਾ ਕਿ ਉਹ ਕੀ ਚਾਹੁੰਦੇ ਪਏ। ਉਹ ਜ਼ਰੂਰ ਚਾਹੁੰਦੇ ਪਏ ਨੇ ਕਿ ਆਉਣ ਵਾਲੇ ਟਾਈਮ ਵਿੱਚ ਕਦੀ ਇਹੋ ਜਿਹੇ ਦੁਬਾਰਾ ਤੋਂ ਹੱਥਕੰਡੇ ਅਪਣਾਏ ਜਾਣ। ਮਤਲਬ ਕਿ ਕਦੀ ਕਿਸੇ ਦੇ ਬੰਦ ਕਰ ਦਿਓ, ਕਦੀ ਕਿਸੇ ਦੇ ਧਰਨੇ ਲਗਾ ਕੇ ਕਿਸੇ ਕਮਿਊਨਿਟੀ ਨੂੰ ਖਿਲਾਫ ਕਰ ਲਓ ਜਾਂ ਕਿਸ ਤਰ੍ਹਾਂ। ਕੱਲ੍ਹ ਨੂੰ ਫਿਰ ਜਦੋਂ ਕੋਈ ਹਿੰਦੂ ਜਿਹੜੇ ਇਹਨਾਂ 'ਚੋਂ ਕੋਈ ਬੋਲੇ ਜਾਏਗਾ ਅਤੇ ਹਿੰਦੂ ਐਸਾ ਕਰਨਾ ਸ਼ੁਰੂ ਕਰ ਦੇ, ਫਿਰ ਤਾਂ ਪਾੜ ਵੱਧਦਾ ਗਿਆ ਨਾ। ਅਤੇ ਫਿਰ ਖਤਮ ਕਿੱਦਾਂ ਕੀਤਾ ਜਾਏਗਾ? ਇਹਦੀ ਪਹਿਲ ਕਿਸੇ ਨਾ ਕਿਸੇ ਨੂੰ ਤਾਂ ਕਰਨੀ ਪਏਗੀ। ਮੈਂ ਕਰਨ ਨੂੰ ਤਿਆਰ ਹਾਂ। ਜੇ ਮੇਰਾ ਸਾਥ ਦੇਣਗੇ ਤਾਂ ਆਪਾਂ ਜਲਦੀ ਇਹ ਜਿਹੜੀ ਫ੍ਰਿਕਸ਼ਨ ਜਿਹੜੀ ਵੱਧ ਰਹੀ ਹੈ ਇਹਨੂੰ ਖਤਮ ਕਰ ਸਕਦੇ ਹਾਂ ਅਸੀਂ। ਕੋਈ ਵਿਅਕਤੀ ਪਾਰਟੀ ਦੇ ਸੰਵਿਧਾਨ ਦੀਆਂ ਧੱਜੀਆਂ ਉਡਾਊਗਾ, ਪਾਰਟੀ ਦੇ ਰਾਜ ਪ੍ਰਮੁੱਖ ਦੇ ਕਹਿਣ ਤੋਂ ਬਾਹਰ ਹੋਏਗਾ, ਪੰਜਾਬ ਦੇ ਵਿੱਚ ਆਪਣੀਆਂ ਮਨਮਰਜ਼ੀਆਂ ਕਰੂਗਾ। ਜਿਹੜੀ ਇਹ ਵਿਅਕਤੀ ਗੱਲ ਕਰ ਰਿਹਾ ਵੀ ਯੋਗਰਾਜ ਸ਼ਰਮਾ ਨੂੰ ਕੋਈ ਅਧਿਕਾਰ ਨਹੀਂ, ਤੇ ਜਿਹੜਾ ਪਟਿਆਲੇ ਹਰੀਸ਼ ਸਿੰਘਲਾ ਨੂੰ ਪਾਰਟੀ ਦੇ ਵਿੱਚੋਂ ਪਾਰਟੀ ਹਾਈ ਕਮਾਂਡ ਦੇ ਨਿਰਦੇਸ਼ਾਂ ਅਨੁਸਾਰ ਕੱਢਿਆ ਸੀਗਾ ਤਾਂ ਵੀ ਯੋਗਰਾਜ ਸ਼ਰਮਾ ਨੇ ਕੱਢਿਆ ਸੀਗਾ। ਦੂਜੀ ਗੱਲ, ਇਹਨਾਂ ਲੋਕਾਂ ਦੇ ਮਨਾਂ ਦੇ ਵਿੱਚ ਇਹ ਗੱਲਾਂ ਪਤਾ ਨਹੀਂ ਕਿੱਥੋਂ ਜਾਗਰ ਹੋ ਜਾਂਦੀਆਂ ਵੀ ਯੋਗਰਾਜ ਸ਼ਰਮਾ ਕੋਲ ਕੋਈ ਅਧਿਕਾਰ ਨਹੀਂ ਹੈ ਪਾਰਟੀ 'ਚੋਂ ਕੱਢਣ ਦਾ, ਜਦ ਕਿ ਰਾਜੇ ਪ੍ਰਮੁੱਖ ਕੋਲ ਇਹ ਅਧਿਕਾਰ ਹੈਗੇ ਨੇ। ਜੇ ਰਾਜੇ ਪ੍ਰਮੁੱਖ ਇਹਨਾਂ ਨੂੰ ਬਣਾ ਸਕਦਾ ਤੇ ਅਗਰ ਇਹ ਪਾਰਟੀ ਵਿਰੋਧੀ ਗਤੀਵਿਧੀਆਂ ਕੰਮ ਕਰਨਗੇ ਤਾਂ ਉਹ ਯੋਗਰਾਜ ਸ਼ਰਮਾ ਇਹਨਾਂ ਨੂੰ ਪਦ ਮੁਕਤ ਕਰ ਸਕਦਾ। ਔਰ ਇਹ 2 ਸਾਲ ਪਹਿਲੇ ਪਦ ਮੁਕਤ ਕੀਤਾ ਆਪਾਂ, ਅੱਜ ਦੇ ਇਹਨੂੰ ਪਾਰਟੀ ਦੇ ਵਿੱਚੋਂ ਕੱਢਿਆ।
ਔਰ ਮੈਂ ਤੁਹਾਡੀ ਜਾਣਕਾਰੀ ਵੀ ਦੱਸਾਂ, ਜੋਗਰਾਜ ਸ਼ਰਮਾ ਪਾਰਟੀ ਦੇ ਸੰਵਿਧਾਨ ਨੂੰ ਮੰਨਦਿਆਂ ਹੋਇਆ ਕਦੇ ਵੀ ਆਪਣੀ ਮਨ ਮਰਜ਼ੀ ਨਾਲ ਕੋਈ ਕੰਮ ਨਹੀਂ ਕਰਦਾ। ਅੱਜ ਵੀ ਅਗਰ ਇਹਨਾਂ ਨੂੰ ਕੱਢਿਆ ਤਾਂ ਕੇਂਦਰੀ ਨੇਤਰਤਵ ਜਿਹੜੇ ਸਾਡੇ ਸ਼੍ਰੀ ਅਨਿਲ ਦੇਸਾਈ ਸਾਹਿਬ ਨੇ, ਸ਼ਿਵ ਸੈਨਾ ਦੇ ਰਾਜ ਸਭਾ ਸੰਸਦ ਨੇ ਔਰ ਪਾਰਟੀ ਦੇ ਮਹਾਸਚਿਵ ਪਦ ਤੇ ਵਿਰਾਜਮਾਨ ਨੇ, ਤੇ ਉਹਨਾਂ ਦੀ ਆਗਿਆ ਦੇ ਨਾਲ ਇਹਨੂੰ ਪਾਰਟੀ ਚੋਂ ਨਿਕਾਸਤ ਕੀਤਾ ਗਿਆ। ਔਰ ਬੜੇ ਦੁਰਭਾਗਿਆਪੂਰਨ ਗੱਲ ਹੈਗੀ ਆ ਵੀ ਅੱਜ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਮਾਹੌਲ ਬਣਿਆ ਪਿਆ, ਇੱਕ ਜੋਗਰਾਜ ਸ਼ਰਮਾ ਦੀ ਛੋਟੀ ਕੀਤੀ ਗਲਤੀ ਪੰਜਾਬ ਦੇ ਵਿੱਚ ਚਿੰਗਾਰੀ ਲਾ ਸਕਦੀ ਹੈ। ਮੈਂ ਆਪਣੇ ਸਮਾਜ ਨੂੰ ਪਹਿਲੇ ਵੀ ਬੇਨਤੀ ਕੀਤੀ ਹੈ, ਸਿੱਖ ਸਮਾਜ ਨੂੰ ਵੀ ਪਹਿਲੇ ਬੇਨਤੀ ਕੀਤੀ ਹੈ ਵੀ ਐਸੇ ਲੋਕਾਂ ਦੀ ਬਿਆਨਬਾਜ਼ੀ ਨੂੰ ਬਿਲਕੁਲ ਨਜ਼ਰਅੰਦਾਜ਼ ਕਰੋ। ਕੁਝ ਲੋਕ ਪਤਾ ਨਹੀਂ ਕਿਹੜੀਆਂ ਏਜੰਸੀਆਂ ਦੇ ਸਾਰੇ ਤੇ ਇਹ ਪੰਜਾਬ ਦੇ ਵਿੱਚ ਇਹ ਜਿਹੜਾ ਗਨੋਨਾ ਪਾਪ ਹੈ ਇਹ ਕਰ ਰਹੀਆਂ ਨੇ। ਅੱਜ ਪੰਜਾਬੀਅਤ ਨੂੰ ਬਚਾਉਣ ਦੀ ਜ਼ਰੂਰਤ ਹੈ, ਅੱਜ ਪੰਜਾਬ ਦੀ ਗੁਰੂਆਂ ਦੀ ਧਰਤੀ ਨੂੰ ਬਚਾਉਣ ਦੀ ਜ਼ਰੂਰਤ ਹੈ, ਕਿਉਂਕਿ ਆਪਾਂ ਕਹਿੰਦੇ ਵੀ ਪੰਜਾਬ ਪੰਜਾਂ ਦਰਿਆਵਾਂ ਦੀ ਧਰਤੀ ਹੈ, ਲੇਕਿਨ ਅੱਜ ਇਸ ਪੰਜਾਂ ਦਰਿਆਵਾਂ ਦੀ ਧਰਤੀ ਦੇ ਜਿਹੜੇ ਲੋਕ ਇਹ ਬੜੇ ਹੱਥਕੰਡੇ ਅਪਣਾ ਕੇ ਪੰਜਾਬ ਦੀ ਅਮਨ ਸ਼ਾਂਤੀ ਨੂੰ ਭੰਗ ਕਰਨਾ ਚਾਹਾਂਗੇ, ਤੇ ਅਸੀਂ ਹਰਵਿੰਦਰ ਸੋਣੀ ਵਰਗੇ ਬੰਦਿਆਂ ਕੇ ਧੂਪ ਦੀ ਬੱਤੀ ਨਹੀਂ ਜਗਾਣੀ। ਕੁਝ ਲੋਕਾਂ ਨੂੰ ਬਾਬਾ ਸੀਰ ਦੀ ਜਗ੍ਹਾ ਕੋਈ ਹੋਰ ਹੁੰਦੀ ਹੈ, ਲੇਕਿਨ ਇਹਨਾਂ ਲੋਕਾਂ ਦੇ ਮੂੰਹ ਨੂੰ ਬਾਬਾ ਸੀਰ ਹੈ। ਇਸ ਬੰਦੇ ਨੂੰ ਕਿਹਨੇ ਅਧਿਕਾਰ ਦਿੱਤਾ ਹਰਿਮੰਦਰ ਸਾਹਿਬ ਦੇ ਉੱਪਰ ਟਿੱਪਣੀ ਕਰਨ ਦਾ? ਇਹ ਪਾਰਟੀ ਦਾ ਪ੍ਰਵਕਤਾ, ਇਹ ਪਾਰਟੀ ਦਾ ਕਿਹੜਾ ਪਦ ਅਧਿਕਾਰੀ ਹੈ? ਪਾਰਟੀ ਨੂੰ ਇਹਦੀ ਕੀ ਦੇਣ ਹੈ? ਬੰਬੇ ਹਜ਼ਾਰਾਂ ਲੋਕਾਂ ਨੇ ਪਾਰਟੀ ਤੇ ਆਈ ਮੁਸੀਬਤ ਦੇ ਸਮੇਂ ਐਫੀਡੇਵਿਟ ਦਿੱਤੇ ਨੇ, ਹਰ ਸਟੇਟ ਦੇ ਵਿੱਚੋਂ ਹਜ਼ਾਰਾਂ ਦੀ ਤਾਦਾਦ 'ਚ ਐਫੀਡੇਵਿਟ ਦਿੱਤੇ। ਜੇ ਬੰਦਾ ਆਪਣੇ ਆਪ ਨੂੰ ਪਦ ਅਧਿਕਾਰੀ ਕਹਿੰਦਾ ਤਾਂ ਮੈਨੂੰ ਲੱਗਦਾ ਪ੍ਰੈਸ ਵਾਲੇ ਵੀਰਾਂ ਨੂੰ ਇਹ ਵੀ ਪੁੱਛਣਾ ਚਾਹੀਦਾ, ਤੂੰ ਕਿੰਨੇ ਐਫੀਡੇਵਿਟ ਜਮ੍ਹਾਂ ਕਰਵਾਣੇ ਬੰਬੇ? ਤੁਹਾਨੂੰ ਸਥਿਤੀ ਸਾਫ਼ ਹੋ ਜਾਏਗੀ। ਸ਼ਿਵ ਸੈਨਾ ਦੇ ਨਾਂ ਤੇ ਇਹ ਲੋਕ ਦੁਕਾਨਦਾਰੀਆਂ ਬਣਾ ਕੇ ਬੈਠੇ ਦੇ ਨੇ। ਕੀ ਦੇਣਾ ਇਸ ਬੰਦੇ ਨੂੰ, ਹਰਵਿੰਦਰ ਸੋਣੀ ਨੂੰ, ਸ਼ਿਵ ਸੈਨਾ ਦੇ ਪ੍ਰਤੀ? ਇਹਨੇ ਕੀ ਦਿੱਤਾ ਸ਼ਿਵ ਸੈਨਾ ਨੂੰ? ਸਮਾਜ ਦੇ ਵਿੱਚ ਜ਼ਹਿਰ ਫੈਲਾਇਆ। ਕਿਸ ਬੰਦੇ ਨੇ ਆਗਿਆ ਦਿੱਤੀ ਇਹਨੂੰ? ਇਹ ਸਾਰ ਲੋਕਾਂ ਨੇ ਦੁਕਾਨਦਾਰੀਆਂ ਬਣਾਈਆਂ। ਸਮੇਂ ਤੇ ਇਹਦੀ ਜਿੰਨੀ ਵੀ ਕਾਰਜਸ਼ਾਲੀ ਹੈ, ਕੰਮ ਕਰਨ ਦਾ ਤਰੀਕਾ ਆਪਾਂ ਹਾਈ ਕਮਾਂਡ ਨੂੰ ਦੱਸਦੇ ਰਹੇ ਹਾਂ। ਅੱਜ ਹਾਈ ਕਮਾਂਡ ਜੀ ਦੇ ਨਿਰਦੇਸ਼ਾਂ ਦੇ ਅਨੁਸਾਰ ਹੀ ਕਰਨਾ ਚਾਹੇ ਜੋਗਰਾਜ ਸ਼ਰਮਾ ਨੇ, ਲੇਕਿਨ ਜੋਗਰਾਜ ਸ਼ਰਮਾ ਨੇ ਹਾਈ ਕਮਾਂਡ ਦੀ ਆਗਿਆ ਦੇ ਨਾਲ ਇਹਨੂੰ ਪਾਰਟੀ ਤੋਂ ਨਿਕਾਸਤ ਕੀਤਾ। ਇਹਦਾ ਸ਼ਿਵ ਸੈਨਾ ਨਾਲ ਅੱਜ ਤੋਂ ਬਾਅਦ ਕੋਈ ਲੈਣਾ ਦੇਣਾ ਨਹੀਂ ਹੈਗਾ, ਔਰ ਜਿਹੜੇ ਵੀ ਇਹ ਕੰਮ ਕਰੇਗਾ ਪੁੱਠੇ ਉਹਦਾ ਭੁਗਤਾਨ ਇਹ ਕਰੇਗਾ। ਔਰ ਮੈਂ ਤੁਹਾਡੇ ਮਾਧਿਅਮ ਨਾਲ ਇੱਕ ਗੱਲ ਹੋਰ ਕਹਿਣਾ ਚਾਹਾਂਗਾ, ਪੰਜਾਬ ਬਾਲਾ ਸਾਹਿਬ ਠਾਕਰੇ ਦੇ ਜਿੰਨੇ ਵੀ ਸ਼ਿਵ ਸੈਨਿਕ ਹੈਗੇ ਨੇ, ਉਹਨਾਂ ਨੂੰ ਪੂਰਨ ਰੂਪ ਤੇ ਕਿਸੇ ਵੀ ਸਮਾਜ ਦੇ ਖਿਲਾਫ, ਕਿਸੇ ਵੀ ਮਜ਼ਹਬ ਦੇ ਖਿਲਾਫ ਬੋਲਣ ਦਾ ਕੋਈ ਅਧਿਕਾਰ ਨਹੀਂ। ਅਗਰ ਕੋਈ ਵਿਅਕਤੀ ਕਿਸੇ ਮਜ਼ਹਬ ਵਾਲਾ ਟਿੱਪਣੀ ਕਰਦਾ ਉਹਦਾ ਹੋਣ ਵਾਲਾ ਨੁਕਸਾਨ ਦਾ ਖੁਦ ਜ਼ਿੰਮੇਵਾਰ ਹੋਏਗਾ, ਨਾ ਕਿ ਪਾਰਟੀ। ਇੱਕ ਤੁਸੀਂ ਕਹਿ ਰਹੇ ਹੋ ਵੀ ਪਾਰਟੀ ਹਾਈ ਕਮਾਂਡ ਨਾਲ ਗੱਲ ਹੋਈ, ਉਹ ਵੀ ਕਹਿ ਰਹੇ ਨੇ ਵੀ ਸਾਡੀ ਪਾਰਟੀ ਦਾ ਹਾਈ ਕਮਾਂਡ ਨਾਲ ਉਹ ਬੰਦਾ ਬਕਵਾਸ ਕਰਦਾ, ਉਹ ਬੰਦਾ ਸਰਾਸਰ ਬਕਵਾਸ ਕਰਦਾ, ਉਹ ਝੂਠ ਬੋਲਦਾ, ਉਹ ਝੂਠ ਦੀ ਦੁਕਾਨਦਾਰੀ ਚਲਾਉਂਦਾ। ਉਹ ਕਹਿ ਰਹੇ ਮਾਤੋ ਸ਼੍ਰੀ ਉੱਥੇ ਗੱਲ ਹੋਈ, ਮਾਤੋ ਸ਼੍ਰੀ ਕਿਹਦੇ ਨਾਲ ਗੱਲ ਹੋਈ? ਉਹਦੀ ਨਾ ਲਵੇ। ਮਾਤੋ ਸ਼੍ਰੀ ਵਿਹਲਾ ਵੀ ਇਹੋ ਜਿਹੇ ਬੰਦੇ ਨਾਲ ਗੱਲ ਕਰਨਗੇ। ਮਾਤੋ ਸ਼੍ਰੀ ਨੂੰ ਜਾਣਦਾ ਕੌਣ ਹੈ? ਇਸ ਬੰਦੇ ਨੂੰ ਮਾਤੋ ਸ਼੍ਰੀ ਕੋਈ ਨਹੀਂ ਜਾਣਦਾ। ਪਾਰਟੀ ਸੰਗਠਨ ਦਾ ਕੰਮ ਸਾਡੇ ਰਾਜ ਸਭਾ ਸੰਸਦ ਸ੍ਰੀ ਅਨਿਲ ਦੇਸਾਈ ਸਾਹਿਬ ਦੇਖਦੇ ਨੇ ਟੋਟਲੀ। ਅਗਰ ਵੱਡੇ ਸਾਹਿਬ ਨੇ ਕੋਈ ਦੇਸ਼ ਦੇਣਾ ਤਾਂ ਉਹ ਅਨਿਲ ਦੇਸਾਈ ਸਾਹਿਬ ਜੀ ਦਾ ਜਿਹੜਾ ਦੇਸ਼ ਹੈ ਉਹ ਸਾਨੂੰ ਮਾਨਣੇ ਹੁੰਦਾ। ਤੇ ਇਹਦੀ ਕਿਹਦੇ ਨਾਲ ਗੱਲ ਹੋ ਗਈ? ਇੱਕ ਪਾਸੇ ਤੇ ਕਹਿ ਰਿਹਾ ਵੀ ਅਨਿਲ ਦੇਸਾਈ ਸਾਹਿਬ ਕੋਲ ਹੱਕ ਹੈ, ਤਾਂ ਦੂਜੇ ਪਾਸੇ ਕਹਿ ਰਿਹਾ ਮੇਰੀ ਮਾਤੋ ਸ਼੍ਰੀ ਗੱਲ ਹੋ ਗਈ। ਮਾਤੋ ਸ਼੍ਰੀ ਸਾਹਿਬ ਦੀ ਰਿਆਸਤ ਹੈ। ਪਾਰਟੀ ਦਾ ਜਿਹੜਾ ਆਫਿਸ ਹੈਗਾ ਸੈਨਾ ਭਵਨ ਦੇ ਵਿੱਚ ਹੈਗਾ, ਜਿਹੜੀ ਆਫਿਸਲੀ ਕਾਰਵਾਈ ਚੱਲਦੀ ਹੈ ਉਹ ਸੈਨਾ ਭਵਨ ਤੋਂ ਚੱਲਦੀ ਹੈ। ਤੇ ਇਹਦੀ ਮਾਤੋ ਸ਼੍ਰੀ ਕਿਹਦੇ ਨਾਲ ਗੱਲ ਹੋ ਗਈ? ਮਾਤੋ ਸ਼੍ਰੀ ਦੇ ਫੋਨ ਦਾ ਇੰਤਜ਼ਾਰ ਕਰ ਰਹੇ ਨੇ। ਜਿਸ ਧਰਮ ਸਥਾਨ ਨੂੰ, ਜਿਸ ਗੁਰੂਆਂ ਦੇ ਘਰ ਨੂੰ ਪੂਰਾ ਵਿਸ਼ਵ ਜਿਹਦੇ ਅੱਗੇ ਨਸਮਸਤਕ ਹੁੰਦਾ, ਜਿਹਦੇ ਅੱਗੇ ਜੋਗਰਾਜ ਸ਼ਰਮਾ ਵੀ ਨਸਮਸਤਕ ਹੁੰਦਾ, ਉਹ ਕਿਸੇ ਇਕੱਲੀ ਸਿੱਖ ਮੈਜੋਰਟੀ ਦਾ ਧਰਮ ਸਥਾਨ ਨਹੀਂ ਹੈ। ਉੱਥੇ ਕ੍ਰਿਸਚਨ ਆ ਰਹੇ ਨੇ, ਪੂਰਾ ਵਿਸ਼ਵ ਜਿਹਨਾਂ ਦਾ ਰਾਜ ਆ ਕ੍ਰਿਸਚਨਾਂ ਦਾ ਪੂਰੇ ਵਿਸ਼ਵ ਤੇ, ਕਿਆ ਉਹ ਨਸਮਸਤਕ ਨਹੀਂ ਹੁੰਦੇ? ਮੁਸਲਮਾਨ ਕੰਟਰੀਆਂ ਦੇ ਵੱਡੇ ਰਾਜੇ ਮੰਤਰੀ ਉਹ ਹਰਿਮੰਦਰ ਸਾਹਿਬ ਅੱਗੇ ਨਸਮਸਤਕ ਨਹੀਂ ਹੁੰਦੇ? ਉਹ ਜਿਹੜਾ ਸਾਡਾ ਤੀਰਥ ਸਥਾਨ ਆ, ਵਿਸ਼ਵ ਸਮੁਦਾਇ ਵਾਸਤੇ ਤੀਰਥ ਸਥਾਨ ਆ, ਉਹਦੇ ਖਿਲਾਫ ਕੋਈ ਟਿੱਪਣੀ ਕਰਨੀ ਜਾਂ ਕੋਈ ਐਸੀ ਗਲਤ ਭਾਸ਼ਾ ਦਾ ਪ੍ਰਯੋਗ ਕਰਨਾ ਉਹ ਸਰਾਸਰ ਨਿੰਦਣਯੋਗ ਹੈ। ਕੋਈ ਵੀ ਪਾਰਟੀ ਦੇ ਕਿਸੇ ਵੀ ਪਦਾਧਿਕਾਰੀ ਨੂੰ ਇਹ ਆਗਿਆ ਨਹੀਂ ਹੈਗੀ। ਹਾਂ, ਸਾਡੀ ਵਿਚਾਰਾਂ ਦੀ ਲੜਾਈ ਹੋ ਸਕਦੀ ਹੈ, ਸਾਡੇ ਵਿਚਾਰਕ ਕਿਸੇ ਨਾਲ ਵਿਚਾਰ ਨਹੀਂ ਮਿਲਦੇ, ਰਾਜਨੀਤਿਕ ਸਾਡੇ ਵਿਚਾਰ ਹੋਣ ਪਾਏ ਉਹ ਨਹੀਂ ਮਿਲਦੇ ਹੋਣ, ਉਹਦਾ ਜਵਾਬ ਦੇਣਾ ਆਪਾਂ ਵਿਚਾਰਾਂ ਨਾਲ ਦੇਣਾ। ਤੇ ਕਿਸੇ ਧਾਰਮਿਕ ਸਥਾਨ ਨੂੰ ਉਹਦਾ ਆਪਾਂ ਇੱਕ ਮੋਹਰਾ ਬਣਾ ਕੇ ਉਹਦੇ ਤੇ ਟਿੱਪਣੀ ਕਰੀਏ ਤੇ ਬਾਅਦ ਚ ਮਾਫੀਆਂ ਮੰਗੇ, ਦਿਲ ਲਾਂਤ ਹੈ ਅਸੀਂ ਰਾਜਨੀਤੀ ਨੂੰ। ਅਸੀਂ ਪੰਜਾਬ ਨੂੰ ਬਚਾਉਣ ਦੀ ਗੱਲ ਕਰ ਰਹੇ ਹਾਂ, ਅੱਜ ਅਸੀਂ ਪੰਜਾਬ ਭਾਈਚਾਰੇ ਦੀ ਗੱਲ ਕਰ ਰਹੇ ਹਾਂ, ਤੇ ਇਹ ਲੋਕ ਪੰਜਾਬ ਦਾ ਬੇੜਾ ਗਰਕ ਕਰ ਰਹੇ ਨੇ। ਐਸੇ ਲੋਕ ਸ਼ਿਵ ਸੈਨਾ ਨਹੀਂ ਹੋ ਸਕਦੇ। ਸ਼ਿਵ ਸੈਨਾ ਦਾ ਕੰਮ ਹੈ ਜੋੜਨਾ,
ਤੋੜਨਾ ਨਹੀਂ। ਧੰਨਵਾਦ। ਰੁੱਖ ਕਰਦੇ ਹਾਂ ਅਗਲੀ ਖਬਰ ਦਾ। ਪੰਜਾਬ ਵਿੱਚ ਪਰਾਲੀ ਦਾ ਮੁੱਦਾ ਲਗਾਤਾਰ ਗਰਮਾ ਰਿਹਾ ਹੈ। ਪੰਜਾਬ ਸਰਕਾਰ ਵੱਲੋਂ ਜਿੱਥੇ ਪਰਾਲੀ ਦੀ ਰਹਿੰਦ ਖੂੰਹਦ ਨੂੰ ਅੱਗ ਲਾਉਣ ਵਾਲੇ ਕਿਸਾਨਾਂ ਦੇ ਉੱਪਰ ਮਾਮਲੇ ਦਰਜ ਕੀਤੇ ਗਏ ਨੇ, ਉੱਥੇ ਹੀ ਪ੍ਰਦੂਸ਼ਣ ਵੀ ਵੱਡੇ ਪੱਧਰ ਤੇ ਫੈਲ ਰਿਹਾ ਹੈ। ਪਰ ਨਾਭਾ ਬਲਾਕ ਦੇ ਪਿੰਡ ਥੂਹੀ ਦਾ ਕਿਸਾਨ ਸੰਤੋਖ ਸਿੰਘ, ਜਿਸ ਦੇ ਵੱਲੋਂ ਕਿ ਨਵੀਂ ਤਕਨੀਕ ਦੇ ਨਾਲ ਕਣਕ ਦੀ ਬਿਜਾਈ ਕਰਕੇ ਸਾਰੇ ਕਿਸਾਨਾਂ ਨੂੰ ਹੈਰਾਨ ਕਰ ਦਿੱਤਾ ਹੈ। ਕਿਸਾਨ ਸੰਤੋਖ ਸਿੰਘ ਦੇ ਵੱਲੋਂ ਮਲਚਰ ਵਿਧੀ ਦੇ ਨਾਲ ਕਣਕ ਬੀਜੀ ਗਈ ਹੈ ਅਤੇ ਬੀਜਣ ਦਾ ਖਰਚਾ ਵੀ ਪ੍ਰਤੀ ਏਕੜ 150 ਰੁਪਏ ਆਉਂਦਾ ਹੈ ਤੇ ਪਰਾਲੀ ਨੂੰ ਅੱਗ ਨਹੀਂ ਲਗਾਉਣੀ ਪੈਂਦੀ। ਦੂਸਰੇ ਪਾਸੇ ਨਾਭਾ ਖੇਤੀਬਾੜੀ ਵਿਭਾਗ ਦੇ ਵੱਲੋਂ ਵੀ ਕਿਸਾਨ ਸੰਤੋਖ ਸਿੰਘ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਜਾ ਰਹੀ ਹੈ। ਉਹਨਾਂ ਨੇ ਕਿਹਾ ਕਿ ਜੇਕਰ ਸਾਰੇ ਹੀ ਕਿਸਾਨ ਸੰਤੋਖ ਸਿੰਘ ਦੇ ਨਕਸ਼ੇ ਕਦਮ ਤੇ ਚੱਲਣ ਲੱਗ ਪੈਣ ਤਾਂ ਪੰਜਾਬ ਵਿੱਚ ਪਰਾਲੀ ਨੂੰ ਅੱਗ ਲਾਉਣ ਦੀ ਨੌਬਤ ਹੀ ਨਹੀਂ ਆਵੇਗੀ। ਇਸੇ ਮੌਕੇ ਤੇ ਅਗਾਂਹ ਵਧੂ ਕਿਸਾਨ ਸੰਤੋਖ ਸਿੰਘ ਨੇ ਇਹ ਵੀ ਕਿਹਾ ਹੈ ਕਿ ਜੇਕਰ ਅਸੀਂ ਮਲਚਰ ਵਿਧੀ ਦੇ ਰਾਹੀਂ ਕਣਕ ਬੀਜਦੇ ਹਾਂ, ਜਿੱਥੇ ਇਸ ਨਾਲ ਪਰਾਲੀ ਨੂੰ ਅੱਗ ਨਹੀਂ ਲਾਉਣੀ ਪੈਂਦੀ, ਇਸ ਦੀ ਕੋਈ ਸਮੱਸਿਆ ਨਹੀਂ ਹੁੰਦੀ, ਉੱਥੇ ਹੀ ਇਸ ਵਿਧੀ ਨਾਲ ਕਣਕ ਬੀਜਣ ਤੇ ਖਰਚਾ ਸਿਰਫ 150 ਰੁਪਏ ਪ੍ਰਤੀ ਏਕੜ ਆਵੇਗਾ। ਕਾਫੀ ਪੁਰਾਣੀ ਆ, ਚਲੋ ਲੋਕ ਹਨਾ ਤੇਰੇ ਡਰਦੇ ਨੇ ਵੀ ਨਹੀਂ ਇਹਦੇ ਤੱਕ ਪਹੁੰਚਦੇ, ਪਰ ਮੈਂ ਹਰੇਕ ਨੂੰ ਅਪੀਲ ਵੀ ਕਰਦਾ ਵੀ 1-2 ਕਿੱਲੇ ਜ਼ਰੂਰ ਕਰਕੇ ਦੇਖਣਾ ਚਾਹੀਦਾ ਜੀ। ਫਾਇਦੇ ਕੀ ਹੈ? ਫਾਇਦੇ ਤਾਂ ਬਹੁਤ ਜ਼ਿਆਦਾ ਨੇ। ਦੇਖੋ ਜੀ ਹੁਣ ਪ੍ਰਦੂਸ਼ਣ ਆ, ਦੇਖੋ ਆ ਪਿਛਲੇ ਹਫ਼ਤੇ ਤੋਂ ਮਤਲਬ ਕਿ ਅੱਗਾਂ ਲੱਗ ਰਹੀਆਂ ਨੇ ਜੀ, ਤੇ ਕਿੰਨੇ ਬੱਚੇ ਹਨਾ ਮਤਲਬ ਕਿ ਧੂਆਂ, ਜ਼ੁਕਾਮ, ਜਾਨਵਰ ਮਤਲਬ ਕਿ ਕਿੰਨੇ ਦਰਖਤ ਸੜ ਜਾਂਦੇ ਨੇ। ਤੇ ਸਰਕਾਰ ਵੀ ਦੇਖੋ ਕਿਸਾਨਾਂ ਦੀ ਮਤਲਬ ਕਿ ਦੋਨਾਂ ਦੀ ਸਮੱਸਿਆ ਬਣੀ ਪਈ ਹੈ, ਇੱਕ ਪਰਾਲੀ ਬਣੀ ਪਈ ਹੈ ਸਮੱਸਿਆ ਵੀ। ਉਧਰੋਂ ਕਿਸਾਨ ਕਹਿੰਦੇ ਅਸੀਂ ਅੱਗ ਲਾਵਾਂਗੇ, ਸਰਕਾਰ ਕਹਿੰਦੇ ਅਸੀਂ ਅੱਗ ਲਾਉਣ ਨਹੀਂ ਦਿੰਦੇ। ਇੱਕ ਦੂਜੇ ਦੇ ਪਰਚੇ ਵੀ ਬਹੁਤ ਚੱਲ ਰਹੇ ਨੇ। ਉਹਨਾਂ ਨੂੰ ਦੇਖ ਕੇ ਮਤਲਬ ਕਿ ਪੂਰੀ ਹੱਲ ਆ ਜੀ ਕਿਸੇ ਪਰਾਲੀ ਦਾ ਵੀ ਮਤਲਬ ਕਿ ਅੱਗ ਨਾ ਲੱਗੀ ਜਾਵੇ। ਨਾ ਮਸ਼ੀਨਰੀ ਲੈਣ ਦੀ ਲੋੜ ਆ ਤੁਹਾਨੂੰ ਮਹਿੰਗੀ। ਦੇਖੋ ਹੁਣ ਗੱਠਾਂ ਵਾਲੀ ਮਸ਼ੀਨ ਆ, ਕਿੰਨੀ ਮਹਿੰਗੀ ਹੈ ਜੀ। ਉਹ ਸਾਧਨ ਕਰਨਾ ਪੈਂਦਾ, ਲੇਬਰ ਕਰਨੀ ਪੈਂਦੀ ਆ, ਸੁਪਰ ਸੀਡਰ ਲਿਆਉਣਾ ਪੈਂਦਾ। ਇਹ ਸਾਰੇ ਝਮੇਲਿਆਂ ਵਿੱਚੋਂ ਨਿਕਲ ਕੇ ਸਾਰਾ ਮੈਨੂੰ ਇਹ ਹੱਲ ਵਧੀਆ ਲੱਗਿਆ ਤੇ ਇਹਦੇ ਨਾਲ ਮੈਂ ਮਤਲਬ ਕਿ ਵਿਧੀ ਨਾਲ ਕਣਕ ਬੀਜ ਰਿਹਾ ਜੀ। ਦੇਖੋ ਇਹਨਾਂ ਦਾ ਖਰਚਾ ਪੂਰੀ ਬਚ ਗਿਆ ਤਾਂ 100-150 ਰੁਪਏ ਨਾਲ ਕਣਕ ਬੀਜੀ ਜਾਣੀ ਹੈ ਜੀ। ਇਹ ਕੁੱਲ 100 ਜਾਂ 150 ਰੁਪਏ ਬਸ ਡੀਜ਼ਲ ਲੱਗਣਾ। ਮਤਲਬ ਕਿ ਖਰਚੇ ਆਪਾਂ ਵੈਸੇ ਵੀ ਵੱਢਦੇ ਹਾਂ, ਮਤਲਬ ਕਿ ਐਂ ਲਾ ਲਓ ਵੀ 0 ਹਿਸਾਬ ਨਾਲ ਬੀਜੇ ਨੇ। ਚੱਲ ਫਿਰ ਵੀ ਆਪਾਂ 150 ਦਾ ਇਹਨੂੰ ਦੇ ਦੀ ਵੀ 150 ਰੁਪਏ ਦੇ ਵਿੱਚ 1 ਏਕੜ ਬੀਜਿਆ ਜਾਂਦਾ। ਜਿਹੜਾ ਸੁਪਰ ਸੀਡਰ ਲਗਭਗ 2000 ਰੁਪਏ ਲੈ ਰਹੇ ਨੇ ਜੀ ਉਹ, ਤੇ ਉਹ ਸਾਰਾ ਖਰਚਾ ਬਚ ਗਿਆ ਜੀ। ਤੇ ਅੱਗੇ ਗਾਹਾਂ ਤੁਸੀਂ ਗੁੱਲੀ ਡੰਡੇ ਦੀ ਸਪਰੇਅ ਬਚ ਗਈ, ਇਹਦੇ ਵਿੱਚ ਨਦੀਨ ਦਾ ਨਹੀਂ ਹੋਣਾ, ਗੁੱਲੀ ਡੰਡਾ ਨਹੀਂ ਹੋਣਾ ਜੀ। ਉਹ ਸਾਰੇ ਖਰਚੇ ਅੱਜ ਦੀ ਬਚਣੇ ਸ਼ੁਰੂ ਹੋ ਗਏ ਤੇ ਨਾਲੇ ਪ੍ਰਦੂਸ਼ਣ ਨਹੀਂ ਹੋ ਰਿਹਾ। ਦੇਖੋ ਇਹਦੀ ਪੂਰੀ ਵਿਧੀ ਸਮਝਾਓ। ਇਹਦੀ ਵਿਧੀ ਹੈ ਦੇਖੋ ਜੀ, ਜਿਵੇਂ ਪਰਾਲੀ ਆ ਆਪਣੇ ਮਸ਼ੀਨ ਦੀ ਲਿੱਦ ਜੀ ਕਹਿ ਦਿੰਦੇ ਆਪਾਂ ਜੀ, ਉਹ ਸਾਰੀ ਤੁਸੀਂ ਨੇ ਖੰਡਿਆਉਣੀ ਆ ਪਹਿਲਾਂ ਜੀ। ਉਹ ਤੁਸੀਂ ਬੰਦੇ ਲਾ ਲਓ ਜਾਂ ਕੋਈ ਹਨਾ ਕੋਈ ਸਿਸਟਮ ਬਣਾ ਲਓ ਉਹਦਾ ਖੰਡਿਆਉਣ ਵਾਸਤੇ। ਉਦੋਂ ਬਾਅਦ ਤੁਸੀਂ ਨੇ ਜੀ ਜਿਵੇਂ ਹੁਣ 45 ਕਿਲੋ ਕਣਕ ਪਾਉਣੇ ਆ, ਤੁਸੀਂ ਇਹਦੇ ਵਿੱਚ 35 ਕਿਲੋ ਕਣਕ ਪਾਉਣੀ ਆ। 10 ਕਿਲੋ ਕਣਕ ਦਾ ਥੋੜੀ ਅੱਜੇ ਬਚ ਗਈ, ਅੱਜੇ ਖਰਚਾ ਬਚ ਗਿਆ ਜੀ। ਉਹ ਤੁਸੀਂ ਨੇ ਦੂਰਾ ਸਿੱਟਾ ਲਾਉਣਾ ਇਹਦੇ ਵਿੱਚ, ਤੇ ਨਾਲ ਥੋੜਾ ਤੁਸੀਂ ਯੂਰੀਆ ਵੀ ਲਾ ਸਕਦੇ ਹੋ ਤੇ ਇੱਕ ਥੈਲਾ DAP ਦਾ। ਜਿਵੇਂ ਤੁਸੀਂ 1.5 ਪਾਉਣੇ ਤੇ ਇੱਕ ਥੈਲਾ, ਜਾਂ ਇੱਕ ਥੈਲਾ ਪਾਉਣੇ ਤਾਂ ਅੱਧਾ DAP ਦਾ। ਬਸ ਤੁਹਾਨੂੰ ਵਾਧੂ ਇਹਦੀ ਲੋੜ ਨਹੀਂ। ਪੂਰਾ ਜਰਮੀਨੇਸ਼ਨ ਹੁੰਦਾ ਜੀ। ਨਾ ਇਹਦੇ ਵਿੱਚ ਮਸ਼ੀਨ ਗੜੀ ਹੋਣੀ ਚਾਹੀਦੀ ਆ, ਕੋਈ ਟੋਆ ਨਹੀਂ ਹੋਣਾ ਚਾਹੀਦਾ ਇਹਦੇ ਵਿੱਚ। ਤੇ ਸਾਰੇ ਮਤਲਬ ਕਿ ਜਦੋਂ ਸਿੱਟਾ ਦੇਤਾ ਆਪਾਂ ਨੇ, ਉਦੋਂ ਬਾਅਦ ਤੁਸੀਂ ਇਹਨੂੰ ਢੱਕ ਦਿਓ ਸਾਰੀ ਪਰਾਲੀ ਨਾਲ ਜੀ। ਕਿਉਂਕਿ ਕੋਈ ਖਰਚੇ ਵੱਢਦੇ ਜਾਣਗੇ, ਥੋੜੇ ਪੋਲਾ ਫੇਰ ਕੇ 4 ਇੰਚ ਉੱਪਰ ਚੱਕ ਕੇ ਫੇਰਨਾ ਰੀਪਰ ਇਹਦੇ ਉੱਪਰ, ਚਾਹੇ ਮਲਚਰ ਫੇਰ ਦਿਓ ਚਾਹੇ ਰੀਪਰ ਫੇਰ ਦਿਓ। 4 ਇੰਚ ਚੱਕ ਕੇ ਉੱਪਰ ਫੇਰਨਾ ਤਾਂ ਕਿ ਉਹਦੀ ਸਿਰਫ 7 ਬਣ ਜੇ, ਵੀ ਜ਼ਿਆਦਾ ਉਹਦੇ ਦਾਣੇ ਨਾਲ ਨਾ ਪਰਾਲੀ ਲੱਗੇ। ਤੇ ਉਹ ਸਾਰੇ ਮਤਲਬ ਕਿ ਵੀ ਇਹ ਕਰਕੇ ਜੀ ਨਾ ਮਸ਼ੀਨ ਐਸੇ ਹੋਰ ਜੀ 24 ਘੰਟੇ ਦੇ ਵਿੱਚ ਪਾਣੀ ਖਾਣਾ ਚਾਹੀਦਾ ਬਹਾਨਾ ਨਹੀਂ, ਪਹਿਲਾਂ ਪਾਣੀ ਦੀ ਭਰਨੀ ਹੈ। ਪਹਿਲਾਂ ਪਾਣੀ ਦੀ ਭਰਨੀ ਜੀ। ਪਾਣੀ ਦੀ ਭਰ ਕੇ ਜੀ ਇਹ 24 ਘੰਟੇ ਵਿੱਚ ਪਾਣੀ ਖਾਣਾ ਚਾਹੀਦਾ। ਜੇ ਜ਼ਿਆਦਾ ਪਾਣੀ ਖੜਾ ਰਿਹਾ ਤਾਂ ਬੀਜ ਪੂਰਾ ਨਿਮਲ ਕੇ ਹੋਣਾ ਨਹੀਂ ਜੀ। ਕਿਸਾਨ ਵੀਰਾਂ ਨੂੰ ਮੈਂ ਦੇਖੋ ਅਪੀਲ ਕਰਦਾ, ਦੇਖੋ ਮੈਂ ਤਾਂ ਘੱਟ ਮੇਰੇ ਪਿੰਡ ਦੇ ਵਿੱਚ ਜਾਂ ਮੇਰੇ ਹਨਾ ਇਲਾਕੇ ਦੇ ਵਿੱਚ ਤੁਸੀਂ ਮੇਰਾ ਨਾਮ ਵੀ ਚਲੋ ਜਾਣਦੇ, ਸੁੱਖਾ ਸਿੰਘ ਥੂਹੀ ਜੀ। ਤੇ ਮੈਂ ਡਰਮ ਸਿੱਟਣਾ ਵੀ ਦੇਖੋ ਜੀਰੀ ਬੀਜ ਦਾ ਬਿਨਾਂ ਖਰਚੇ ਤੋਂ। ਤੇ ਪਹਿਲਾਂ ਥੋੜ੍ਹੀਆਂ ਦੇਖੋ ਟੀਚਰਾਂ ਵੀ ਹੁੰਦੇ ਨੇ, ਪਰ ਬਾਅਦ ਦੇ ਵਿੱਚ ਕਹਿੰਦੇ ਨੇ ਵੀ ਯਾਰ ਬਾਕੀ ਠੀਕ ਹੈ ਕੰਮ, ਜੀਰੀ ਵਧੀਆ। ਤੇ ਹੁਣ ਦੁਬਾਰੇ ਮੈਂ ਇਹ ਤਕਨੀਕ ਆਪਣੇ ਪਿੰਡ ਦੇ ਵਿੱਚ ਲੈ ਕੇ ਆ ਤੇ ਆਪਣੇ ਇਲਾਕੇ ਦਿਆਂ ਨੂੰ ਤੇ ਮੇਰੇ ਪਿੰਡ ਦਿਆਂ ਨੂੰ ਸਾਰਿਆਂ ਨੂੰ ਅਪੀਲ ਕਰਨਾ ਵੀ ਪਿੰਡ ਥੂਹੀ ਦੇ ਵਿੱਚ ਜਿਵੇਂ ਨਿਆਈ ਵਾਲਾ ਖੇਤ ਆ, ਜਿਵੇਂ ਲਾਹੌਰ ਮਾਜਰੇ ਵੀ ਮੇਰਾ ਨਿਆਈ ਦਾ ਖੇਤ ਆ, ਉਰੇ ਵੀ ਨਿਆਈ ਦਾ ਖੇਤ ਆ, ਕਿ ਤੁਸੀਂ ਆ ਕੇ ਇਹਨੂੰ ਦੇਖੋ ਪਹਿਲਾਂ ਬੀਜਾਂ ਤੋਂ ਲੈ ਕੇ ਵੱਢਣ ਤੱਕ, ਫਿਰ ਆਪਾਂ ਸਵਾਲ ਕਰੀਏ। ਇਹ ਬਹੁਤ ਵਧੀਆ ਤਰੀਕੇ ਨਾਲ ਬੀਜ ਰਹੇ ਹਾਂ ਅਸੀਂ। ਪਹਿਲਾਂ ਇਹ ਜੀਰੀ ਵੱਢੀ, ਫਿਰ ਇਹਦੇ ਕਰਚੇ ਨਹੀਂ ਅਸੀਂ ਨੇ ਵੱਢੇ ਜੀ। ਪਰਾਲੀ ਖੰਡਿਆ ਕੇ ਫਿਰ ਅਸੀਂ ਨੇ ਪਹਿਲਾਂ ਡਾਈ ਦਾ ਸਿੱਟਾ ਲਾਇਆ ਜੀ, ਫਿਰ ਅਸੀਂ ਨੇ ਕਣਕ ਦਾ ਲਾਇਆ ਜੀ। ਹੁਣ 2 ਵਾਰੀ ਲਾਇਆ ਸਿੱਟਾ ਅਸੀਂ ਨੇ। ਇਹ ਸੁਪਰ ਸੀਡਰ ਦੀ ਹੁਣ ਲੋੜ ਹੀ ਨਹੀਂ ਪਈ ਜੀ ਸਾਨੂੰ, ਇਹ ਹੀ ਕਾਮਯਾਬ ਹੋ ਗਈ। ਫਿਰ ਤਾਂ ਬਹੁਤ ਵਧੀਆ ਚੀਜ਼ ਹੈ ਜੀ। ਖਰਚਾ ਵੀ ਬਚ ਗਿਆ। ਹਾਂ ਜੀ, ਉਹ ਵੀ ਖਰਚਾ ਬਚ ਰਿਹਾ, ਅੱਗ ਲਾਉਣ ਦੀ ਨਹੀਂ ਲੋੜ ਪੈਂਦੀ। ਇਹ ਮੇਨ ਗੱਲ ਹੈ ਇਹ ਆ ਜੀ, ਇਹ ਜਿਹੜਾ ਆਪਣੇ ਸੰਤੋਖ ਸਿੰਘ ਆ, ਇਹ ਅਗਾਂਹ ਵਧਾਊ ਕਿਸਾਨ ਆ। ਇਹ ਵੱਖ-ਵੱਖ ਤਰੀਕੇ ਕਰਦਾ ਰਹਿੰਦਾ, ਜਿਵੇਂ ਕਿ ਪ੍ਰਦੂਸ਼ਣ ਦੀ ਬਹੁਤ ਵੱਡੀ ਸਮੱਸਿਆ। ਇਹ ਤਰੀਕਾ ਜਿਹੜਾ ਇਹ ਬਹੁਤ ਲਾਭਦਾਇਕ ਆ। ਇੱਕ ਤਾਂ ਇਹਦੇ ਵਿੱਚ
ਬਿਲਕੁਲ ਇਹ ਅੱਗ ਲਾਉਣ ਦੀ ਲੋੜ ਨਹੀਂ। ਇਹ ਇੱਕ ਮੋਲਚਰ ਨਾਲ ਵੀ ਇਹ ਹੋ ਸਕਦਾ, ਕੱਚੇ ਵੱਡੇ ਨਾਲ ਵੀ ਹੋ ਸਕਦਾ। ਇਹਦੇ ਬਾਹੀ ਦਾ ਜਿਹੜਾ ਆਮ ਖਰਚਾ ਇਹਦਾ ਖਤਮ ਹੋ ਜਾਂਦਾ, ਜਿਹੜਾ ਵੱਡਾ ਰੋਗ ਪ੍ਰਦੂਸ਼ਣ ਦਾ ਉਹ ਜਮੇ ਹੀ ਖਤਮ ਹੁੰਦਾ। ਇਹ ਤਰ੍ਹਾਂ ਤਰ੍ਹਾਂ ਦੇ ਜਿਹੜੇ ਮਤਲਬ ਆਪਾਂ ਪ੍ਰਦੂਸ਼ਣ ਵਾਸਤੇ ਗੱਲਾਂ ਕਰਦੇ ਉਹਦੇ ਵਾਸਤੇ ਬਹੁਤ ਲਾਭਦਾਇਕ। ਹਾਂਜੀ, ਹੋਰ ਕਿਸਾਨਾਂ ਨਾਲ ਵੀ ਇੱਕ ਘਨੁੜਕੀ ਦਾ ਜ਼ਿਮੀਂਦਾਰ ਆ, ਉਹ ਵੀ ਮੈਨੂੰ ਮਿਲਿਆ ਤੇ ਕਹਿੰਦਾ ਮੈਂ ਵੀ ਤਜਰਬਾ ਕੀਤਾ ਸੀ। ਵੈਸੇ ਮੈਂ ਤਾਂ ਨਹੀਂ ਕੀਤਾ। ਇੱਕ ਆਪਣੇ ਮਹਿਸ ਪਿੰਡ ਵੀ ਮੈਂ ਦੇਖਿਆ ਤਜਰਬਾ ਬਹੁਤ ਵਧੀਆ, ਕਣਕ ਉਹ 'ਚ ਹਰੀ ਖੜੀ ਆ, ਜਾਣੀ ਨਵਾਂ ਤਜਰਬਾ ਇੱਕ ਨੇ। ਮਲਚਿੰਗ ਟੈਕਨੀਕ ਜਿਹੜੀ ਆਪਾਂ ਉਹਨੂੰ ਕਹਿ ਰਹੇ ਹਾਂ, ਪ੍ਰੈਕਟਿਸ ਕੀਤੀ ਆਪਣੇ ਖੇਤ ਦੇ ਵਿੱਚ। ਇਹ ਟੈਕਨੀਕ ਜਿਹੜੀ ਪਿਛਲੇ ਕਈ ਸਮਿਆਂ ਤੋਂ ਕਹਿ ਲਓ ਬੰਦੇ ਆਪਣੇ ਟਰਾਇਲ ਬੇਸਿਸ 'ਤੇ ਕੋਈ ਅੱਧਾ ਏਕੜ ਕਿੱਲਾ ਖੰਡ ਕਰਕੇ ਵੇਖ ਰਹੇ ਆ। ਜਿਹੜੀ ਟੈਕਨੀਕ ਹੈ ਇਹਦੇ 'ਚ ਇੱਕ ਗੁੱਲੀ ਡੰਡਾ ਜਿਹੜਾ ਮੇਨ ਨਦੀਨ ਆ ਕਣਕ ਦਾ, ਉਹ ਇਸ ਟੈਕਨੀਕ ਦੇ ਵਿੱਚ ਬੜਾ ਘੱਟ ਆਉਂਦਾ, ਕਿਉਂਕਿ ਖੇਤ ਦੇ ਉੱਤੇ ਜਿਹੜੀ ਪਰਾਲੀ ਦੀ ਆਪਣੀ ਪੂਰੀ ਤਹਿ ਬਣ ਜਾਂਦੀ ਹੈ, ਜਿਹਦੇ ਨਾਲ ਕਿ ਜਿਹਨੂੰ ਆਪਾਂ ਮਲਚ ਕਹਿ ਦਿੰਦੇ ਹਾਂ। ਉਹਦੇ ਕਰਕੇ ਸਪੇਸ ਨਹੀਂ ਰਹਿੰਦੀ ਵੀ ਕੋਈ ਵੀ ਨਦੀਨ ਜਿਹੜਾ ਬਾਹਰ ਆਵੇ, ਤਾਂ ਇਸ ਕਰਕੇ ਨਦੀਨ ਜਿਹੜਾ ਗੁੱਲੀ ਡੰਡਾ ਉਹ ਇਸ ਆਪਣਾ ਸਿਸਟਮ ਦੇ ਵਿੱਚ ਬੜਾ ਘੱਟ ਆਉਂਦਾ। ਬਹੁਤ ਹੀ ਲਾਹੇਵੰਦ ਵੀ ਹੈ, ਕਿਉਂਕਿ ਇੱਕ ਇਹਦੇ ਵਿੱਚ ਮੋਇਸਚਰ ਵੀ ਕੰਜ਼ਰਵ ਰਹਿੰਦਾ। ਆਪਾਂ ਫਾਰਮਰ ਗੁੱਲੀ ਡੰਡੇ ਦੀਆਂ ਬਹੁਤ ਸਪਰੇਹਾਂ ਕਰ ਦਿੰਦੇ ਨੇ, ਕਿਉਂਕਿ ਗੁੱਲੀ ਡੰਡਾ ਇੱਕ ਇਹੋ ਜਿਹਾ ਨਦੀਨ ਹੈ ਵੀ ਜਿਹੜਾ ਟਾਈਮ ਸਪੈਸੀਫਿਕ ਹੁੰਦੀ ਹੈ ਸਪਰੇਅ ਉਹਦੀ। ਜੇ ਉਹਦੇ 4-5 ਪੱਤੇ ਨਿਕਲ ਗਏ ਤਾਂ ਆਪਣੇ ਤੋਂ ਕੰਟਰੋਲ ਨਹੀਂ ਹੁੰਦਾ। ਤਾਂ ਮੈਂ ਇਹੀ ਕਹੂੰਗਾ ਵੀ ਜਿਹੜੀ ਪ੍ਰੈਕਟਿਸ ਆ ਬਹੁਤ ਹੀ ਵਧੀਆ ਪ੍ਰੈਕਟਿਸ ਜੋ ਅਪਣਾ ਰਹੇ ਨੇ। ਜਿਵੇਂ ਉਹ ਕਰਿਆ ਪ੍ਰਤੀ ਏਕੜ 150 ਰੁਪਏ ਹੀ ਖਰਚ ਆ ਰਿਹਾ, ਨਹੀਂ ਤਾਂ 1000 ਰੁਪਏ ਖਰਚਾ ਆਉਂਦਾ। ਉਹ ਤਾਂ ਕਹਿ ਰਿਹਾ ਬਿਕੋਜ਼ ਇਸ ਦੇ ਵਿੱਚ ਉਹਨਾਂ ਨੇ ਕੋਈ ਵਾਹੀ ਨਹੀਂ ਕੀਤੀ, ਕੁਛ ਨਹੀਂ ਕੀਤੀ, ਖਾਲੀ ਆਪਾਂ ਨੂੰ ਝੋਨਾ ਵੱਢਿਆ ਉਹਨਾਂ ਨੇ। ਉਸ ਤੋਂ ਬਾਅਦ ਉਹਨਾਂ ਨੇ ਬਰੋਡਕਾਸਟ ਕੀਤਾ, ਮਤਲਬ ਕਿ ਛਿੱਟਾ ਮਾਰਿਆ ਖੇਤ ਦੇ ਵਿੱਚ ਪ੍ਰੋਪਰ ਕਣਕ ਦਾ ਅਤੇ DAP ਦਾ। ਛਿੱਟਾ ਮਾਰਨ ਤੋਂ ਬਾਅਦ ਆਪਣੇ ਕੋਲ ਰੀਪਰ ਸਾਰਿਆਂ ਕੋਲ ਨੇ, ਕਟਰ ਜਿਹਨੂੰ ਆਪਾਂ ਕਹਿ ਦਿੰਦੇ, ਉਹ ਫੇਰ ਕੇ ਆਪਣਾ ਖੇਤ ਦੇ ਵਿੱਚ ਮਲਚਿੰਗ ਕਰਤੀ। ਜਾਂ ਕਈ ਫਾਰਮਰ ਕੀ ਕਰ ਰਹੇ ਆ, ਸੁਸਾਇਟੀ ਦੇ ਵਿੱਚ ਮਲਚਰ ਅਵੇਲੇਬਲ ਨੇ, ਉਹ ਮਲਚਰ ਫੇਰ ਦਿੰਦੇ ਆ ਅਤੇ ਉਸ ਤੋਂ ਬਾਅਦ ਜਿਹੜੀ ਆਪਣੀ ਉਹ ਜਿਹੜੀ ਆਪਾਂ ਕਹਿੰਦੇ ਹਾਂ ਮਲਚਿੰਗ ਟੈਕਨੀਕ ਦੀ ਕਣਕ ਆ ਜਿਹੜੀ ਉਹ ਪ੍ਰੈਕਟਿਸ ਪੂਰੀ ਹੋ ਜਾਂਦੀ ਹੈ ਆਪਣੇ। ਨਾਭੇ ਹਲਕੇ 'ਚ ਪਹਿਲੀ ਵਾਰੀ ਇਹ ਕਰ ਰਹੇ ਨੇ? ਨਹੀਂ, ਪਹਿਲੀ ਵਾਰੀ ਨਹੀਂ ਕਹਿ ਸਕਦੇ, ਇਹਨਾਂ ਨੇ ਵੀ ਕੀਤੀ ਹੈ, ਪਿਛਲੇ ਸਾਲ ਵੀ ਕੀਤੀ ਹੈ। ਇੱਕ ਆਪਣੇ ਨੌਰੇ ਤੋਂ ਫਾਰਮਰ ਨੇ ਉਹ ਵੀ ਕਰ ਰਹੇ ਆ, ਇੱਧਰ ਬੌੜਾ ਫਾਰਮਰ ਨੇ ਇਸ ਵਾਰ ਉਹ ਵੀ ਕਰ ਰਹੇ ਨੇ। ਮਤਲਬ ਕਿ ਇਸ ਵਾਰ ਕਾਫੀ ਫਾਰਮਰ ਦਾ ਰੁਝਾਨ ਰਿਹਾ ਇਸ ਪ੍ਰੈਕਟਿਸ ਵੱਲ। ਹਰ ਕੋਈ ਚਾਹੁੰਦਾ ਵੀ ਸਾਨੂੰ ਈਲਡ ਵੱਲ ਨਾ ਜਾ ਕੇ ਇਕਨੋਮਿਕ ਬੈਨੀਫਿਟ ਹੋਵੇ, ਤਾਂ ਬੜਾ ਵਧੀਆ ਲੱਗ ਰਿਹਾ ਵੀ ਲੋਕ ਆਪਣੇ ਆਪ ਉਪਰਾਲੇ ਕਰ ਰਹੇ ਨੇ। ਇਹਦੇ ਨਾਲ ਜ਼ਮੀਨ ਵੀ ਉਪਜਾਊ ਰਹਿੰਦੀ, ਜਿਵੇਂ ਦੂਜੇ ਕਿਸਾਨ ਨੇ ਪਰਾਲੀ ਨੂੰ ਅੱਗ ਲਗਾਉਂਦੇ ਨੇ, ਉਹਦੇ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਡੈਫੀਨੇਟਲੀ ਜ਼ਮੀਨ ਇਹਦੇ ਨਾਲ ਬੜੀ ਉਪਜਾਊ ਬਣਨੀ ਹੈ, ਕਿਉਂਕਿ ਜਿੰਨਾ ਆਪਣਾ ਬਾਇਓਮਾਸ ਆ ਉਹ ਸਾਰਾ ਆਪਣਾ ਜ਼ਮੀਨ ਦੇ ਵਿੱਚ ਰਹਿ ਜਾਣਾ। ਜਦੋਂ ਉਹਨੇ ਡੀਕੰਪੋਜ਼ ਹੋਣਾ, ਉਹਨੇ ਓਬਵੀਅਸਲੀ ਜਿਹੜੀ ਆਪਣੀ ਜ਼ਮੀਨ ਦੀ ਉਪਜਾਊ ਸ਼ਕਤੀ ਵਧਾਉਣੀ ਆ। ਤਾਂ ਆਪਾਂ ਇਹਨੂੰ ਸਿੱਧਾ ਕਲੀਅਰ ਆ, ਕਿਸੇ ਵੀ ਜ਼ਿਮੀਂਦਾਰ ਨੂੰ ਤੁਸੀਂ ਪੁੱਛ ਸਕਦੇ ਹੋ, ਉਹ ਸਾਰੇ ਇਹੀ ਕਹਿਣਗੇ ਵੀ ਇਹਦੇ ਨਾਲ ਸਾਡੀ ਜ਼ਮੀਨ ਦੀ ਉਪਜਾਊ ਸ਼ਕਤੀ ਵਧੀ ਹੈ। ਦੂਸਰੇ ਦੇ ਕੰਪੈਰੀਜ਼ਨ ਵਿੱਚ ਆਪਾਂ ਇਹ ਕਹਿ ਸਕਦੇ ਹਾਂ, ਜੇ ਆਪਾਂ ਸਾਇੰਟੀਫਿਕਲੀ ਗੱਲ ਕਰਦੇ ਹਾਂ ਵੀ ਝਾੜ ਵੱਧ ਸਕਦਾ, ਬਿਕੋਜ਼ ਹੀਟ ਸਟ੍ਰੈਸ ਨੂੰ ਟੋਲਰੇਟ ਕਰੂਗੀ, ਕਿਉਂਕਿ ਇਹਦੇ ਵਿੱਚ ਮੋਇਸਚਰ ਆ ਜਿਹੜਾ ਕੰਜ਼ਰਵ ਰਹਿੰਦਾ। ਪਰਾਲੀ ਮਲਚ ਬਣੀ ਹੋਈ ਆ ਤਾਂ ਮੋਇਸਚਰ ਕੰਜ਼ਰਵ ਹੈ, ਤਾਂ ਆਪਾਂ ਗੱਲ ਕਹਿ ਸਕਦੇ ਹਾਂ ਵੀ ਬਾਕੀ ਰਿਸਰਚ 'ਤੇ ਆ ਵੀ ਆਪਾਂ ਨੂੰ ਕੀ ਨਿਕਲ ਕੇ ਆਉਂਦਾ। ਬਟ ਜੇ ਆਪਾਂ ਟੈਕਨੀਕਲ ਥੋੜ੍ਹਾ ਜਿਹਾ ਇਹਨੂੰ ਲੈ ਕੇ ਜਾਂਦੇ ਹਾਂ ਤਾਂ ਕਿਉਂਕਿ ਇਹਦੇ 'ਚ ਮੋਇਸਚਰ ਕੰਜ਼ਰਵ ਰਹੇਗਾ ਤਾਂ ਹੀਟ ਸਟ੍ਰੈਸ ਆਉਣ ਦੇ ਚਾਂਸ ਬਹੁਤ ਘੱਟ ਜਾਂਦੇ ਇਹਦੇ 'ਚ। ਰੁੱਖ ਕਰਦੇ ਹਾਂ ਅਗਲੀ ਖਬਰ ਦਾ। ਪੰਜਾਬ ਸਰਕਾਰ ਵੱਲੋਂ ਝੋਨੇ ਦੇ ਸੀਜ਼ਨ ਦੀ ਆਮਦ ਨੂੰ ਲੈ ਕੇ ਇਸ ਵਾਰ ਸਰਕਾਰ ਵੱਲੋਂ ਪੁਖਤਾ ਇੰਤਜ਼ਾਮ ਕੀਤੇ ਗਏ ਸਨ। ਸਰਕਾਰ ਦੇ ਇੰਤਜ਼ਾਮਾਂ ਤੋਂ ਕਿਸਾਨ ਕਾਫੀ ਖੁਸ਼ ਵਿਖਾਈ ਦੇ ਰਹੇ ਸਨ। ਜੇਕਰ ਏਸ਼ੀਆ ਦੇ ਦੂਜੇ ਨੰਬਰ ਤੇ ਜਾਣੀ ਜਾਂਦੀ ਨਾਭਾ ਦੀ ਅਨਾਜ ਮੰਡੀ ਦੀ ਗੱਲ ਕੀਤੀ ਜਾਵੇ ਤਾਂ ਮੰਡੀ ਵਿੱਚ ਕਿਸਾਨ ਕਾਫੀ ਖੁਸ਼ ਦਿਖਾਈ ਦੇ ਰਹੇ ਨੇ, ਕਿਉਂਕਿ ਏਸ਼ੀਆ ਦੇ ਦੂਜੇ ਨੰਬਰ ਤੇ ਜਾਣੀ ਜਾਂਦੀ ਨਾਭਾ ਦੀ ਅਨਾਜ ਮੰਡੀ ਪਹਿਲੇ ਨੰਬਰ ਤੇ ਇਸ ਕਰਕੇ ਚੱਲ ਰਹੀ ਹੈ ਕਿਉਂਕਿ ਪ੍ਰਾਈਵੇਟ ਝੋਨਾ ਕਿਸਾਨਾਂ ਨੂੰ ਵਧੀਆ ਆਮਦ ਦੇ ਰਿਹਾ ਹੈ, ਜਿਸ ਕਰਕੇ ਕਿਸਾਨ ਪੰਜਾਬ ਦੇ ਕੋਨੇ-ਕੋਨੇ ਤੋਂ ਨਾਭਾ ਮੰਡੀ ਵਿੱਚ ਝੋਨਾ ਲੈ ਕੇ ਆ ਰਹੇ ਨੇ। ਮੰਡੀ ਦੇ ਵਿੱਚ ਨਾਭਾ ਦੇ ਹਲਕਾ ਵਿਧਾਇਕ ਗੁਰਦੇਵ ਸਿੰਘ ਦੇਵਮਾਨ ਨੇ ਇਹ ਪ੍ਰਸ਼ੰਸਾ ਕੀਤੀ ਹੈ ਕਿ ਨਾਭਾ ਮੰਡੀ ਪੰਜਾਬ ਦੀ ਪਹਿਲੀ ਮੰਡੀ ਹੈ ਜੋ ਕਿਸਾਨ ਪ੍ਰਾਈਵੇਟ ਝੋਨਾ ਲੈ ਕੇ ਦੂਰ ਦਰੇਡੇ ਤੋਂ ਇੱਥੇ ਆ ਰਹੇ ਤੇ ਵਧੀਆ ਮੁਨਾਫਾ ਕਮਾ ਰਹੇ ਨੇ। ਮੰਡੀ ਦਾ ਸੀਜ਼ਨ ਇਸ ਵਾਰੀ ਬਹੁਤ ਵਧੀਆ ਰਿਹਾ ਹੈ, ਨਹੀਂ ਤਾਂ ਆਈ ਵਾਰ ਕਿਸਾਨਾਂ ਨੂੰ ਆਪਣਾ ਸਾਹਮਣਾ ਕਰਨਾ ਪਵੇਗਾ। ਬਿਲਕੁਲ ਜੀ, ਨਾਭਾ ਦਾਣਾ ਮੰਡੀ ਨੇ ਇਤਿਹਾਸ ਰਚਤਾ ਨਵਾਂ। ਨਾਭਾ ਦਾਣਾ ਮੰਡੀ ਪਹਿਲੀ ਗੱਲ ਤਾਂ ਏਸ਼ੀਆ ਦੀ ਸਭ ਤੋਂ ਦੂਜੀ ਵੱਡੀ ਮੰਡੀ ਹੈ ਜੀ, ਔਰ ਇਹਦੇ ਵਿੱਚ ਹੁਣ ਤੱਕ 21 ਲੱਖ ਤੋਂ ਉੱਪਰ ਕੱਟਾ ਜਿਹੜਾ ਜੀ ਉਹ ਲਿਫਟਿੰਗ ਉਹਦੀ ਹੋ ਚੁੱਕੀ ਹੈ, ਔਰ ਬੜੀ ਪ੍ਰੋਪਰ ਬੜੇ ਵੈਲ ਮੈਨੇਜ ਤਰੀਕੇ ਨਾਲ ਹੋਈ ਹੈ। ਕਿਤੇ ਵੀ ਕੋਈ ਪ੍ਰੋਬਲਮ ਨਹੀਂ ਆਈ, ਨਾ ਕਿਸੇ ਕਿਸਾਨ ਨੂੰ ਨਾ ਕਿਸੇ ਆੜ੍ਹਤੀ ਨੂੰ। ਸਾਰੀ ਜਿਹੜੀ ਹੈ ਮੈਨੇਜਮੈਂਟ ਅੱਛੀ ਰਹੀ ਹੈ, ਬਹੁਤ ਅੱਛੀ ਰਹੀ ਹੈ। ਉਹਦੇ ਲਈ ਮੈਂ ਵਧਾਈ ਦੇਣੀ ਚਾਹੁੰਦਾ ਸਾਰੇ ਟਰੱਕ ਵਾਲੇ ਭਰਾਵਾਂ ਨੂੰ ਵੀ, ਸਾਰੀ ਜਿੰਨੀ ਲੇਬਰ ਸੀਗੀ ਸਾਰਿਆਂ ਨੂੰ ਮੈਂ ਮੁਬਾਰਕਬਾਦ ਦੇਣੀ ਚਾਹੁੰਦਾ। ਔਰ ਅਗਲਾ ਜਿਹੜਾ ਰਿਕਾਰਡ ਨਾਭੇ ਨੇ ਤੋੜਿਆ ਜੀ, ਉਹਦੇ ਵਿੱਚ 1509 ਜਿਹੜਾ ਝੋਨਾ ਜੀ ਉਹ ਤਕਰੀਬਨ 3800 ਰੁਪਏ ਤੱਕ ਰੇਟ ਜਿਹੜਾ ਜੀ ਲੱਗ ਰਿਹਾ ਨਾਭੇ ਦੇ ਵਿੱਚ। ਹੁਣ ਵੀ ਜੇ ਕੋਈ ਹੈਗੀ ਹੈ ਤਾਂ ਉਹ ਇੱਥੇ ਲਿਆ ਕੇ ਵੇਚ ਸਕਦਾ ਜੀ। ਅਤੇ 1121 ਜਿਹੜੀ ਹੈ ਜੀ
ਉਹ 4500 ਰੁਪਏ ਰੇਟ ਹੈ ਜੀ। ਔਰ ਇਹ ਜਿਹੜਾ ਮੇਰਾ ਖਿਆਲ ਹੈ ਏਸ਼ੀਆ ਦੇ ਵਿੱਚ ਸਭ ਤੋਂ ਵੱਧ ਰੇਟ ਹੈ ਜੀ, ਇਸ ਤੋਂ ਵੱਧ ਰੇਟ ਨਹੀਂ ਕਿਤੇ ਵੀ। ਕੀ ਕਰਨਾ ਜੀ ਵੀ ਇੰਨਾ ਰੇਟ ਹੈ? ਬਸ ਨਾਭੇ ਦੇ ਭਾਗ ਚੰਗੇ ਨੇ ਜੀ, ਜਿਹੜੇ ਕਹਿੰਦੇ ਨਾ ਵੀ ਜੈਸੀ ਦ੍ਰਿਸ਼ਟੀ ਵੈਸੀ ਸ੍ਰਿਸ਼ਟੀ, ਜਿਵੇਂ ਦਾ ਤੁਸੀਂ ਸੋਚਦੇ ਹੋਗੇ ਤਾਂ ਤੁਹਾਨੂੰ ਮਿਲਦਾ। ਜੇ ਆਪਾਂ ਇਮਾਨਦਾਰੀ ਨਾਲ ਚੱਲਾਂਗੇ ਤਾਂ ਸਾਰਾ ਕੁਝ ਅੱਛਾ ਹੋਏਗਾ, ਜੇ ਆਪਾਂ ਬੇਈਮਾਨੀ ਨਾਲ ਚੱਲਾਂਗੇ ਤਾਂ ਕੁਝ ਵੀ ਅੱਛਾ ਨਹੀਂ ਹੋਏਗਾ ਜੀ। ਅਤੇ ਇੱਕ 1401 ਜਿਹੜਾ ਜੀ ਇਹ 4000 ਦੇ ਰੇਟ ਨਾਲ ਵਿਕ ਰਹੀ ਹੈ, ਜਿਹਨੂੰ ਆਪਾਂ ਮੁਸਲ ਝੋਨਾ ਕਹਿ ਦਿੰਦੇ ਹਾਂ ਜੀ। ਅਤੇ ਇਹ ਜਿਹੜਾ ਰਿਕਾਰਡ ਦੱਸ ਰਿਹਾ ਕਿ ਏਸ਼ੀਆ ਦੇ ਵਿੱਚ ਸਭ ਤੋਂ ਵੱਧ ਰੇਟ ਅਗਰ ਕਿਸੇ ਵੀ ਮੰਡੀ ਦੇ ਵਿੱਚ ਮਿਲੇ ਨੇ ਤਾਂ ਉਹ ਨਾਭਾ ਦਾਣਾ ਮੰਡੀ ਦੇ ਵਿੱਚ ਮਿਲੇ ਆ। ਸਾਡੇ ਪ੍ਰਧਾਨ ਜੱਤੀ ਜੀ, ਸਾਡੀ ਸਾਰੀ ਟੀਮ, ਜਿਹੜੇ ਇੱਥੋਂ ਦੇ ਆੜ੍ਹਤੀਏ ਸਾਹਿਬਾਨ ਨੇ, ਔਰ ਇਹ ਸਾਰੇ ਵਧਾਈ ਦੇ ਪਾਤਰ ਨੇ ਜੀ। ਸਾਡੀ ਟਰੱਕ ਯੂਨੀਅਨ ਦੇ ਪ੍ਰਧਾਨ ਦਵਿੰਦਰ ਕਲਾਰਾਂ ਜੀ, ਅਤੇ ਜਿੰਨੇ ਹੀ ਮੈਨੇਜਮੈਂਟ ਅੱਛੀ ਰਹੀ ਹੈ, ਪਰਮਾਤਮਾ ਕਿਰਪਾ ਕਰੇਗਾ ਅੱਗੇ ਨੂੰ ਇਸ ਤੋਂ ਵੀ ਹੋਰ ਬਿਹਤਰ ਹੋਵੇ। ਔਰ ਮੰਡੀਆਂ ਦੀਆਂ ਕੁਝ ਕੁ ਸਮੱਸਿਆਵਾਂ ਵੀ ਅਸੀਂ ਨੋਟ ਕੀਤੀਆਂ ਨੇ, ਅਤੇ ਆਉਣ ਵਾਲੇ ਅਗਲੇ ਸੀਜ਼ਨ ਦੇ ਵਿੱਚ ਉਹ ਸਮੱਸਿਆਵਾਂ ਜਿਹੜੀਆਂ ਨੇ ਉਹ ਨਾ ਹੋਣ, ਉਹਦੀ ਅਸੀਂ ਕੋਸ਼ਿਸ਼ ਕਰਾਂਗੇ। ਸਾਰਿਆਂ ਤੋਂ ਪਹਿਲਾਂ ਤਾਂ ਜੀ ਅਸੀਂ ਸ਼ੁਕਰਗੁਜ਼ਾਰ ਹਾਂ ਪਰਮਾਤਮਾ ਦੇ। ਉਸ ਤੋਂ ਬਾਅਦ ਸਾਡੇ ਸਤਿਕਾਰਯੋਗ MLA ਸਾਹਿਬ ਸਰਦਾਰ ਗੁਰਦੇਵ ਸਿੰਘ ਜੀ ਮਾਨ, ਜਿਨ੍ਹਾਂ ਦਾ ਯਤਨਾਂ ਸਦਕਾ ਇਹ ਜੋ ਮੰਡੀ ਦਾ ਸਾਡਾ ਕੰਮ ਚੱਲਿਆ। ਔਰ ਮੇਰੇ ਜੋ ਆੜ੍ਹਤੀ ਭਾਈਚਾਰਾ ਜਾਂ ਮਜ਼ਦੂਰ ਭਾਈਚਾਰੇ ਨੇ, ਸਾਡੀਆਂ ਖਰੀਦ ਏਜੰਸੀਜ਼ ਨੇ, ਮਾਰਕੀਟ ਕਮੇਟੀ ਆ, ਟਰੱਕ ਯੂਨੀਅਨ ਹੈ, ਜਿੰਨੇ ਵੀ ਸਾਡੇ ਮਨੀਮ ਸਾਡਾ ਭਾਈਚਾਰਾ, ਜਿੰਨੇ ਵੀ ਸਾਡੇ ਮੰਡੀ ਦੇ ਨਾਲ ਜੁੜੇ ਹੋਏ ਨੇ, ਅਸੀਂ ਸਾਰਿਆਂ ਦਾ ਧੰਨਵਾਦ ਵੀ ਕਰਦੇ ਹਾਂ, ਕਿਉਂ ਉਹਨਾਂ ਦੇ ਮਿਹਨਤ ਸਦਕਾ ਜਾਂ ਯਤਨਾਂ ਸਦਕਾ ਹੀ ਉਹ ਜੋ ਸਾਡਾ ਸੀਜ਼ਨ ਹੈ ਉਹ ਜਿਹੜਾ ਸਿਰੇ ਚੜ੍ਹ ਚੁੱਕਿਆ। ਇੱਕ ਜਿਹੜੀ ਝੋਨਾ ਆ ਰਿਹਾ ਬਾਹਰੋਂ ਆ ਰਿਹਾ ਹੈਗਾ, ਕੀ ਕਰਨਾ 4500 3700 ਰੁਪਏ ਮਿਲ ਰਿਹਾ ਹੈਗਾ? ਹਾਂਜੀ, ਸਾਡੀ ਜਿਹੜੀ ਨਾਭਾ ਮੰਡੀ ਆ ਇਹ ਏਸ਼ੀਆ ਦੀ ਦੂਜੇ ਨੰਬਰ 'ਤੇ ਜਾਣੀ ਜਾਂਦੀ ਮੰਡੀ ਆ। ਔਰ ਜੋ ਇੱਥੇ ਭਾਅ ਲੱਗ ਰਹੇ ਨੇ 11-21 ਦਾ, ਉਹ ਜਿਹੜਾ ਲੱਗ ਰਿਹਾ ਉਹ ਤੁਸੀਂ ਇਹ ਮੰਨ ਕੇ ਚੱਲੋ ਵੀ ਏਸ਼ੀਆ ਦਾ ਪਹਿਲੇ ਨੰਬਰ ਦਾ ਭਾਅ ਹੈ। 11-21 ਦਾ ਜਿਹੜਾ ਹੈਗਾ ਉਹ 4500 ਰੁਪਏ ਤੱਕ ਦਾ ਜਾ ਰਿਹਾ। ਔਰ ਜੋ 1509 ਕਿਸਮ ਹੈ ਉਹਦਾ ਸਾਡਾ ਚੱਲ ਰਿਹਾ ਜੀ 3800, 3700, 3900 ਦਾ। ਔਰ ਜੋ ਨੁੱਛਲ ਵੈਰਾਈਟੀ ਆ ਉਹਦੀ ਸਾਡੀ ਲੈ ਕੇ 3800 ਤੋਂ 4100 ਰੁਪਏ ਤੱਕ ਦਾ ਜੋ ਅੱਜ ਮੌਜੂਦਾ ਭਾਅ ਅਸੀਂ ਮੰਡੀ ਦੇ ਵਿੱਚ ਦੇ ਰਹੇ ਹਾਂ। ਕਿੱਥੋਂ ਕਿੱਥੋਂ ਆ ਰਹੇ ਨੇ ਕਿਸਾਨ ਲੈ ਕੇ? ਕਿਸਾਨ ਸਾਹਿਬ ਤੁਹਾਡੇ ਸਾਹਮਣੇ ਹੀ ਖੜੇ ਨੇ, ਅਮਲੋਹ ਸਾਈਡ ਤੋਂ ਆਏ ਨੇ, ਦੱਸ ਰਹੇ ਨੇ ਲੁਧਿਆਣੇ ਤੱਕ ਤੋਂ ਅੱਗੇ ਤੱਕ ਦੇ ਕਾਫੀ ਸਾਨੂੰ ਇੱਧਰੋਂ ਰਾਣਾ ਸਾਹਿਬ ਤੱਕ ਸਹਿਯੋਗ ਸਾਨੂੰ ਮਿਲਿਆ। ਬਾਹਰੋਂ ਜਿਹੜਾ ਹੈਗਾ ਮਾਲ ਬਹੁਤ ਕਾਫੀ ਮਾਤਰਾ ਦੇ ਵਿੱਚ ਆ ਰਿਹਾ। ਜੋ ਇਸ ਵਾਰੀ ਸੀਜ਼ਨ ਰਿਹਾ ਜਾਂ ਝੋਨੇ ਦਾ ਕਿਸ ਤਰ੍ਹਾਂ ਰਿਹਾ? ਬਹੁਤ ਵਧੀਆ ਜੀ, ਸੀਜ਼ਨ ਟਾਈਮ ਟੂ ਟਾਈਮ ਪੇਮੈਂਟ ਆਉਂਦੀ ਰਹੀ ਹੈ, ਅਤੇ ਚੁਕਾਈ ਵੀ ਤੇ ਬਹੁਤ ਟਾਈਮ 'ਤੇ ਹੁੰਦੀ ਰਹੀ ਹੈ। ਅਸੀਂ ਬਿਲੋਂਗ ਥੋੜ੍ਹਾ ਜਿਹਾ ਅਮਲੋਹ ਤੋਂ ਕਰਦੇ ਹਾਂ, ਅਸੀਂ ਅੱਜ ਇੱਥੇ 11-21 ਲੈ ਕੇ ਆਏ ਹਾਂ। ਇੱਥੇ ਦੇ ਪ੍ਰਸ਼ਾਸਨ ਦਾ ਵੀ ਬਹੁਤ ਵਧੀਆ ਸਹਿਯੋਗ ਨਾਲ, ਮੰਡੀ ਦੇ ਕੰਮਕਾਰਾਂ ਦਾ। ਮੰਡੀ ਦੇ ਪ੍ਰਬੰਧ ਕਿਸ ਤਰ੍ਹਾਂ ਦੇ ਸੀ? ਮੰਡੀ ਦੇ ਪ੍ਰਬੰਧ ਬਹੁਤ ਵਧੀਆ ਨੇ। ਸਰਕਾਰ ਤੋਂ ਖੁਸ਼ ਆ? ਹਾਂਜੀ, ਪੂਰੀ ਖੁਸ਼ ਹੈ। ਪਹਿਲੀਆਂ ਸਰਕਾਰਾਂ ਦੇ ਹੁਣ 'ਚ ਕੀ ਫਰਕ ਮੰਨਦੇ ਹੋ? ਬਹੁਤ ਜ਼ਿਆਦਾ ਦੇਖੋ ਜੀ, ਬਹੁਤ ਜ਼ਿਆਦਾ ਫਰਕ। ਪਹਿਲੀਆਂ ਸਰਕਾਰਾਂ ਰੁਲ ਲਾਤਾ ਸੀ, ਆਪਣੇ ਲਿਫਟਿੰਗ ਨਹੀਂ ਸੀ ਹੁੰਦੀ, ਇਸ ਟਾਈਮ ਪੂਰੇ ਸਹੀ ਟਾਈਮ 'ਤੇ ਲਿਫਟਿੰਗ ਹੋਈ ਹੈ। ਇਹ ਅਮਲੋਹ ਤੋਂ ਕਿਹੜੀ ਲੈ ਕੇ ਆਏ ਹੋ? 11-21 ਲੈ ਕੇ ਆਏ। ਕਿੰਨਾ ਕੁ ਭਾਅ ਮਿਲ ਰਿਹਾ ਜੀ? ਬਹੁਤ ਵਧੀਆ ਜੀ, ਬਹੁਤ। ਉੱਥੇ ਨਹੀਂ ਮਿਲ ਰਿਹਾ ਅਮਲੋਹ? ਨਹੀਂ, ਉੱਥੇ ਨਹੀਂ ਵਿਕਦੀ, ਇੱਥੇ ਹੀ ਨਾਭੀ ਮਿਲਦਾ? ਹਾਂਜੀ। ਤਾਂ ਕਿੰਨਾ ਕੁ ਸੰਤੁਸ਼ਟ ਹੋ ਸਰਕਾਰ ਤੋਂ? ਬਹੁਤ ਵਧੀਆ ਜੀ, ਸਾਡੀ ਆਪਣੀ ਸਰਕਾਰ ਹੈ, ਮਾਨ ਸਾਹਿਬ ਬਹੁਤ ਵਧੀਆ ਕੰਮ ਕਰ ਰਹੇ ਨੇ, ਅਤੇ ਪਹਿਲੀਆਂ ਸਰਕਾਰਾਂ ਨਾਲ ਤੇ ਹੁਣ ਸਰਕਾਰ ਨਾਲ ਬਹੁਤ ਫਰਕ ਹੈ। ਬਹੁਤ ਵਧੀਆ ਇੱਥੇ ਝੋਨੇ ਦਾ ਪੇਮੈਂਟਾਂ ਮਿਲ ਰਹੀਆਂ ਨੇ, ਚੁਕਾਈ ਹੋ ਰਹੀ ਹੈ ਜੋ ਲਿਮਟ ਦੀ ਪੂਰੀ ਐਂਡ ਤੁਸੀਂ ਬਹੁਤ ਵਧੀਆ। ਕਿੱਥੋਂ ਲੈ ਕੇ ਆਏ ਸੀ ਫਸਲ? ਇਹ ਅਮਲੋਹ ਕੋਲ ਲੈ ਕੇ। ਲੁਧਿਆਣਾ ਵਿੱਚ ਰੋਹਤਕ ਤੋਂ ਵਿਆਹ ਕਰਾਉਣ ਆਇਆ ਇਹ ਵਿਅਕਤੀ ਉਸ ਸਮੇਂ ਠੱਗੀ ਦਾ ਸ਼ਿਕਾਰ ਹੋ ਗਿਆ ਜਦੋਂ ਕਚਹਿਰੀਆਂ ਦੇ ਵਿੱਚ ਰਜਿਸਟ੍ਰੇਸ਼ਨ ਨੂੰ ਕਹਿ ਕੇ ਵਿਚੋਲਾ 1.5 ਲੱਖ ਰੁਪਇਆ ਲੈ ਕੇ ਫਰਾਰ ਹੋ ਗਿਆ। ਰੋਹਤਕ ਤੋਂ ਪਰਿਵਾਰ ਸਮੇਤ ਲਾੜਾ ਲੁਧਿਆਣੇ ਪਹੁੰਚਿਆ, ਜਿੱਥੇ ਕਿ ਕਚਹਿਰੀਆਂ ਵਿੱਚ ਵਿਚੋਲਾ ਗਾਇਬ ਹੋ ਗਿਆ, ਜਿਸ ਤੋਂ ਬਾਅਦ ਰੋਹਤਕ ਤੋਂ ਆਏ ਵਿਅਕਤੀਆਂ ਨੇ ਲੁਧਿਆਣਾ ਦੇ ਸਬੰਧਤ ਥਾਣੇ ਦੇ ਵਿੱਚ ਕੰਪਲੇਂਟ ਕੀਤੀ ਹੈ, ਜਿੱਥੇ ਕਿ ਪੁਲਿਸ ਦੇ ਵੱਲੋਂ ਜਾਂਚ ਕਰਨ ਦੀ ਗੱਲ ਆਖੀ ਜਾ ਰਹੀ ਹੈ। ਇਸੇ ਦੇ ਸਬੰਧ ਦੇ ਵਿੱਚ ਜਦੋਂ ਜਾਂਚ ਕਰ ਰਹੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਉਹਨਾਂ ਦੇ ਕੋਲ ਸ਼ਿਕਾਇਤ ਆ ਗਈ ਹੈ ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਉਹਨਾਂ ਨੇ ਇਹ ਵੀ ਕਿਹਾ ਕਿ ਵਿਚੋਲੇ ਦਾ ਪਤਾ ਲੱਗਾ ਕਿ ਉਹ ਲੁਧਿਆਣੇ ਦੇ ਢੰਡਾਰੀ ਨਾਲ ਸੰਬੰਧਤ ਹੈ, ਪਰ ਉਹਨਾਂ ਨੇ ਕਿਹਾ ਕਿ ਰੋਹਤਕ ਤੋਂ ਆਏ ਪਰਿਵਾਰ ਨੇ ਪੈਸੇ ਕਿਉਂ ਦਿੱਤੇ ਨੇ, ਇਸ ਦੀ ਵੀ ਜਾਂਚ ਕੀਤੀ ਜਾ ਰਹੀ है। अच्छा, कितने पैसे लेके बंदा? 1.5 लाख रुपए लेगा जी। कैसे ले गया वो? जो कैश दिया था जी, कचेरियों के सामने। क्यों दिया? जी शादी करवाने के लिए दिया था, बोला पर बंदा 50,000 रुपये लगेंगे। अच्छा, हाँ। तो नहीं वो लड़की बेच रहा था क्या? नहीं बेच नहीं रहा था, आश्रम से करवा रहा था शादी। अच्छा, तो 50,000 कैसा लिया उसने, क्यों लिया? वो इसलिए लिया था अब ये जमा होंगे आश्रम में, कोर्ट जेरॉक्स भी लिए थे डॉक्यूमेंट, या आश्रम में जमा होंगे, कोर्ट में पर्ची कट के मिलेगी आपको।
11 साढ़े 11 बजे पर्ची मिल जाएगी। अब 11:30 बजे यहाँ से चल पड़ेंगे लुधियाने से फकवाड़ा जो आश्रम है उसमें से आपकी शादी करवाए 3 बजे विदा करवा दूंगा। आपको कैसे पता लगा कि आपके साथ ठगी हो चुकी है? क्या ठगी होगी आपके साथ? ये वो एकदम भाग गया सर, ये बस स्टैंड के पास से एकदम स्कूटी लेके भाग गया। अच्छा। हाँ, मैं शेविंग करवा रहा था, मैं उसके पीछे ही भागा। वो जो नाई की दुकान कर रहा था वो बोला भाई कहाँ जा रहा है तू, एकदम भाग के वो बोला हेलमेट ले आऊँ एक बार, मैं स्कूटी कोई कहीं उठा ले जाए कोई, इसलिए ये बोला वो। अब क्या मांग करते हो? मांग यही करते हैं हमारे साथ इंसाफ हो जाए। अब कहाँ पे पहुँचे? हम थाने में आ रहे हैं। थाने वाले क्या बोल रहे हैं? थाने वाले कुछ कर रहे हैं, भीतर अंदर जा रहे हैं हमारे लोग बंदे। हाँ हमारे बंदे जा रहे हैं अंदर। अरविंद जी। कहाँ से आए हो? ये रोहतक से। क्या कारण है, क्यों लुधियाने में आए, क्या हुआ आपके साथ? लुधियाने में जी हम एक बंदा था जो लुधियाने से था, उसने बोला था कि भाई तुम लुधियाना आ जाओ, एक वृद्ध लड़कियों के आश्रम से तुम्हारे जो है लड़के 1-2 लड़का जो भी हो उनकी शादी करवाएंगे। अच्छा। और शादी के नाम पे उसने जो है 50,000 रुपये पर बंदे लिया है। और वो उसने सुबह जो है 8 बजे के करीब कोर्ट कचहरी के सामने बुला के और एक बंदा जो भी था उसको बुला के वो उसको हैंड ओवर करवा दिए। उसके बाद जो है वो पैसे लेके चला गया। हमने बोला भाई रसीद दिला दो, तो रसीद वो बोला 11 बजे तक वेट करो, 11 बजे के बाद है ना साथ में चलते हैं। फिर वो हमारे साथ जो है रूम पे गया। रूम पे जहाँ पे हम ठहरे थे, हम यहाँ पे बस स्टैंड के पास में कोई होटल है, वहाँ पे उसने 3 रूम बुक किए थे पहले ही। 500 रुपये उसने एडवांस दे रखा था, बोला 3,000 रुपये आप दे दो। चलो ठीक है। 3,000 रुपये देने के बाद में ना वो सुबह हमारे साथ ही रहा, शाम को भी हमारे साथ ही रहा। जब हम आए 4 बजे करीब हम आए थे यहाँ पे, तो 4 बजे से लेकर 6-7 बजे तक वो हमारे साथ ही रहा। उसके बाद उसने चाय वगैरह बनवाई हमारे लिए, बिस्कुट वगैरह लगा। उसके बाद दोबारा जब वो पैसे गिनवाए, पैसे लिए 1.5 लाख के करीब, तीनों पार्टियों से पैसे लिए उसने। पैसे लेके जो है उसने अपने पास रखे और फिर वो बोला चल वहाँ पे जमा करवाते हैं, वहाँ पे रसीद करवाएंगे। फिर जो है वो पैसे वो मतलब बोला कि वही दोबारा वो रूम पे आया। अब वो बंदा मिल रहा है कि नहीं मिल रहा? नहीं, वो मिल नहीं रहा। ट्राई किया, फ़ोन भी किया, 2-3 नंबर से ट्राई किया, तीनों नंबर से व्यस्त आ रहा है। अब आप कहाँ पे आए हो? अभी थाने में आए हैं दरख्वास्त करवाने। कितने पैसे दिए थे आपने? 1.5 लाख। 1.5 लाख दे दिया। हाँ जी। आपको लड़कियाँ दिखाई थी? लड़कियाँ फ़ोन में फ़ोटो भेजे थे जी उसने। अच्छा। हाँ जी। तो आपने जो 1.5 लाख कैसे दिया था भाई, कैश दिया कि कैसे? कैश दिया था जी। लुधियाना पर ही? हाँ जी। अब वो फोन नहीं उठा रहा? अभी उसका फ़ोन स्विच ऑफ आ रहा है। थोड़ी देर पहले, घंटा पहले हमने ट्राई किया था, 2-3 नंबर से ट्राई किया। क्या था उसका? क्या राजू नाम था। तो आपने तहकीकात नहीं की? आपको ऐसे इतना पैसे दे रहे हो, शादी हो रही थी, कोई तहकीकात नहीं की? वो काफी दिन से फोन मिला रहा था। काफी दिन से उससे कांटेक्ट में थे, 5-6 महीने हो गए थे। 4-5 महीने हो गए थे। फोन पर ही बस हाँ, फोन जी हो गया। आप लुधियाना नहीं है, कोई पता नहीं किया वो है भी है कि नहीं? हम तो ये सोचे आश्रम से करवा रहा है। उसको कैसे पता चला कि आप लोगों की जहाँ पे लड़के हैं जिनकी शादी करवा रही? ये कोई रिश्तेदार, अभी भाई का जो कोई रिश्तेदार था, इनका जीजा था। अच्छा। वो सैलून की दुकान है उनकी। अच्छा। वो उनकी दुकान पे रोहतक में मिला था। अच्छा। तो उनसे उन्होंने कांटेक्ट किया था। उसने बोला था कि कोई लड़का वड़का हो तो बता दो, हम उनकी शादी करवा देंगे, हमारे यहाँ लड़कियाँ हैं आश्रम में। तो उसने, इसके जीजा ने इसको कांटेक्ट दिया था और इसने बात भी की थी। तो 5-6 महीने लगातार मतलब बातें की इसने। उसके बाद में क्या मांग करते हो? हम मांग करते हैं कि हमारे पैसे मिल दोषी को पकड़ा जाए और तो उसके साथ सख्त कार्रवाई की जाए। आज ये क्या मामला हुआ है? पता चला कि कोई हरियाणा से कोई शादी का झांसा देने का कुछ ऐसा मामला? 1.5 लाख की ठगी ਜਿਹੜੀ ਵੱਜੀ। हाँ जी, मेरे को ਅੱਜ ਕੰਪਲੇਂਟ ਆਈ ਸੀਗੀ ਹਰਿਆਣਾ ਤੋਂ। ਕੋਈ ਆਏ ਹੋਏ ਸੀ ਬੰਦੇ ਇੱਥੇ, ਕਹਿੰਦੇ ਅਸੀਂ 10-15 ਜਣੇ ਆਏ ਹਾਂ, ਅਸੀਂ 3 ਮੁੰਡੇ ਆਪਣੇ ਵਿਆਹ ਕਰਾਉਣ ਵਾਸਤੇ ਲੈ ਕੇ ਆਏ ਸੀ। ਕੋਈ 3 ਕੁੜੀਆਂ ਫਗਵਾੜੇ ਤੋਂ ਅਸੀਂ ਲੈ ਕੇ ਜਾਣੀਆਂ ਸੀ ਵਿਆਹ ਕਰਾਉਣ ਵਾਸਤੇ। ਕੋਈ ਰਾਜੂ ਰਾਮ ਦੇ ਬੰਦੇ ਨਾਲ ਉਹਨਾਂ ਦੀ ਗੱਲ ਹੋਈ ਸੀ ਤੇ ਕਹਿੰਦੇ ਜੀ ਉਹ 1.5 ਲੱਖ ਰੁਪਏ ਉਹਨਾਂ ਨੇ ਸਾਡੇ ਤੋਂ ਮੰਗਿਆ ਸੀਗਾ ਵੀ ਵਿਆਹ ਮੈਂ ਕਰਵਾਉਂਗਾ, ਵੀ 1.5 ਲੱਖ ਰੁਪਏ ਲਵਾਂਗਾ। ਤੇ ਉਹ ਕਚਹਿਰੀਆਂ 'ਚ ਗਏ ਸੀਗੇ। ਕਚਹਿਰੀਆਂ 'ਚ ਜੀ ਕਹਿੰਦਾ ਮੈਂ ਕੋਈ ਰਜਿਸਟ੍ਰੇਸ਼ਨ ਕਰਾਉਣਾ, ਕੋਰਟ ਮੈਰਿਜ ਕਰਾਉਣੀ, ਰਿਸਿਪਟ ਮਿਲੂਗੀ, ਪੈਸੇ ਜਮ੍ਹਾਂ ਕਰਾਉਣੇ, ਇੱਦਾਂ ਉੱਦਾਂ ਕਰਕੇ ਉਹਨਾਂ ਤੋਂ ਪੈਸੇ ਲੈ ਕੇ ਉਹ ਚਲਾ ਗਿਆ। ਤੇ ਉਹ ਕੰਪਲੇਂਟ ਹਲੇ ਦਰਜ ਕੀਤੀ ਹੈ। ਉਹਦਾ ਨੰਬਰ ਬੰਦੇ ਦਾ ਹੈਗਾ ਸਾਡੇ ਕੋਲੇ, ਫੋਟੋ ਵੀ ਉਹਦੀ ਮਿਲ ਗਈ ਹੋਈ ਹੈ। ਤੇ ਉਹਦਾ ਨੰਬਰ ਜਿਹੜਾ ਹੈਗਾ ਢੰਡਾਰੀ ਕਲਾਂ ਦਾ ਨਿਕਲਿਆ ਫਿਲਹਾਲ, ਰਾਜੂ ਨਾਮ ਦੇ ਬੰਦੇ ਦੇ ਨਾਮ 'ਤੇ ਰਜਿਸਟਰ ਹੈ। ਉਹਦਾ ਪ੍ਰੋਪਰ ਐਡਰੈਸ ਨਹੀਂ ਆਇਆ ਹੈਗਾ ਹਾਲੇ ਸਾਡੇ ਕੋਲ, ਸਿਰਫ ਢੰਡਾਰੀ ਕਲਾਂ ਆਇਆ। ਤੇ ਉਹ ਆਪਾਂ ਵੈਰੀਫਾਈ ਕਰਦੇ ਪਏ, ਉਹਦੀ CDR ਵਗੈਰਾ ਵੀ ਅਪਲਾਈ ਕੀਤੀ ਹੈ, ਬਾਕੀ ਰਿਕਾਰਡ ਵੀ ਉਹਦੇ ਕਢਵਾਉਣ ਦੀ ਕੋਸ਼ਿਸ਼ ਕਰ ਰਹੇ ਹਾਂ, ਵੈਰੀਫਾਈ ਕਰਦੇ ਹਾਂ, ਆਪਾਂ ਜਲਦੀ ਉਹਨੂੰ ਫੜ ਲਵਾਂਗੇ।
ਮੈਮ ਇਹ ਮਾਮਲਾ ਹੈ ਕੀ ਸੀਗਾ, ਵਿਆਹ ਦਾ ਇਹ ਕਰਾਉਣਾ ਸੀਗਾ ਜਾਂ ਕੁਝ ਹੋਰ ਮਕਸਦ ਸੀ ਇਹਨਾਂ ਦਾ? ਨਹੀਂ, ਉਹ ਵਿਆਹ ਹੀ ਉਹਨਾਂ ਨੇ ਕਰਾਉਣਾ ਸੀਗਾ। ਐਕਚੁਅਲੀ ਉਹਨਾਂ ਨਾਲ ਲੇਡੀਜ਼ ਵੀ 2-3 ਆਈਆਂ ਸੀਗੀਆਂ, ਤਾਂ 10-15 ਬੰਦੇ ਉਸ ਹਿਸਾਬ ਨਾਲ ਉਹ ਇਕੱਠੇ ਹੋ ਕੇ ਆਏ ਸੀ ਜੀ ਅਸੀਂ ਵਿਆਹ ਕਰਾਉਣਾ। ਅਤੇ ਹੁਣ ਪਰ ਜਿਹੜੇ ਕਹਿ ਰਹੇ ਆ ਜੀ ਅਸੀਂ ਪਰ ਵਿਆਹ ਦਾ 50,000 ਦੇਣਾ ਸੀ, ਉਹ ਕੀ ਮੈਟਰ, ਉਹ ਹਾਲੇ ਥੋੜ੍ਹਾ ਜਿਹਾ ਅਸੀਂ ਵੈਰੀਫਾਈ ਕਰ ਰਹੇ ਹਾਂ ਵੀ ਕਿਉਂ ਵੀ 50,000 ਦੇਣਾ ਸੀਗਾ ਇੱਕ ਕੁੜੀ ਦੇ ਹਿਸਾਬ ਨਾਲ। ਤੁਸੀਂ ਕਹਿ ਰਹੇ ਹੋ ਵੀ ਇੱਕ ਮੁੰਡੇ ਦਾ ਵਿਆਹ ਕਰਾਉਣਾ ਤਾਂ ਅਸੀਂ 50,000 ਦੇਣਾ ਸੀ, ਉਹ ਕਿਉਂ ਦੇਣਾ ਸੀ ਉਹ ਅਸੀਂ ਹਾਲੇ ਵੈਰੀਫਾਈ ਕਰ ਰਹੇ ਹਾਂ। 1.5 ਲੱਖ ਰੁਪਏ ਦੇਤਾ ਸੀਗਾ? ਹਾਂਜੀ 1.5 ਲੱਖ ਰੁਪਏ ਉਹਨਾਂ ਨੇ ਦੇਤਾ ਸੀਗਾ। ਉਹ 1.5 ਲੱਖ ਰੁਪਇਆ ਲੈ ਕੇ ਬੰਦਾ ਗਾਇਬ ਹੋ ਗਿਆ। ਮੈਮ 1.5 ਲੱਖ ਦਿੱਤਾ ਕਿੰਨੇ ਸੀਗਾ, ਕੌਣ ਸੀ ਬੰਦਾ? ਇਹ ਨਾਲ ਹੀ ਆਏ ਸੀ ਜੀ ਇਹਨਾਂ ਦੇ ਬੰਦੇ, ਜਿਨ੍ਹਾਂ ਦਾ ਮਤਲਬ ਉਹੀ ਹੋਊਗਾ ਰਿਲੇਟਿਵ ਹੀ ਨੇਗੇ ਸਾਰੇ ਜਿਹੜੇ ਇਕੱਠੇ ਹੋ ਕੇ ਆਏ ਸੀਗੇ। ਉਹਨਾਂ ਦੇ ਆਪਣੇ ਜਿਹੜੇ ਮੁੰਡੇ ਆਏ ਨੇ ਤੇ ਇਹਨਾਂ ਦੇ ਰਿਲੇਟਿਵ ਹੀ ਨੇ ਨਾਲ, ਉਹਨਾਂ ਨੇ ਹੀ ਦਿੱਤਾ। ਰੁੱਖ ਕਰਦੇ ਹਾਂ ਅਗਲੀ ਖਬਰ ਦਾ। ਅਗਲੀ ਖਬਰ ਅੰਮ੍ਰਿਤਸਰ ਦੇ ਜਲੰਧਰ ਜੀਟੀ ਰੋਡ ਦੇ ਉੱਤੋਂ ਸਾਹਮਣੇ ਆ ਰਹੀ ਹੈ, ਜਿੱਥੇ ਕਿ ਲਗਾਤਾਰ ਲੁੱਟ ਦੀਆਂ ਵਾਰਦਾਤਾਂ ਵਧਦੀਆਂ ਜਾ ਰਹੀਆਂ ਨੇ ਤੇ ਇਸੇ ਦੇ ਵਿਚਕਾਰ ਮਾਨਾਵਾਲੀ ਦੇ ਸੁਪਰ ਪੈਟਰੋਲ ਪੰਪ ਦੇ ਉੱਤੇ ਰਾਤ ਨੂੰ ਲੁਟੇਰਿਆਂ ਦੇ ਦੁਆਰਾ ਲੁੱਟ ਕੀਤੀ ਗਈ ਹੈ। ਦੱਸ ਦਿੰਦੇ ਹਾਂ ਕਿ ਇਹ ਲੁਟੇਰੇ 3 ਵਿਅਕਤੀ ਸੀ ਜੋ ਕਿ ਨਕਾਬਪੋਸ਼ ਸੀ ਤੇ ਮੋਟਰਸਾਈਕਲ ਉੱਤੇ ਆਪਣੇ ਹਥਿਆਰਾਂ ਦੇ ਨਾਲ ਆਉਂਦੇ ਨੇ ਤੇ ਪੈਟਰੋਲ ਪੰਪ ਤੇ ਆਉਣ ਸਾਰ ਉੱਥੇ ਕੰਮ ਕਰਦੇ ਕਰਿੰਦਿਆਂ ਉੱਤੇ ਹਥਿਆਰ ਤਾਣ ਲੈਂਦੇ ਨੇ, ਜਿਸ ਤੋਂ ਬਾਅਦ ਲੁੱਟ ਕਰਨ ਦੀ ਕੋਸ਼ਿਸ਼ ਕਰਦੇ ਨੇ। ਹਾਲਾਂਕਿ ਉੱਥੇ ਕੰਮ ਕਰਦੇ ਕਰਿੰਦੇ ਬਹੁਤ ਹੀ ਜ਼ਿਆਦਾ ਹੁਸ਼ਿਆਰੀ ਨਾਲ ਇਹਨੇ 3 ਲੁਟੇਰਿਆਂ ਦੇ ਦੰਦ ਖੱਟੇ ਕਰਾ ਦਿੰਦੇ ਨੇ। ਡਰਦੇ ਨਹੀਂ ਬਲਕਿ ਡਟ ਕੇ ਮੁਕਾਬਲਾ ਕਰਦੇ ਨੇ, ਜਿਸ ਤੋਂ ਬਾਅਦ ਇਹਨਾਂ ਤਿੰਨੋਂ ਲੁਟੇਰਿਆਂ ਨੂੰ ਖਾਲੀ ਹੱਥ ਵਾਪਸ ਜਾਣਾ ਪੈਂਦਾ ਹੈ। ਜਿਸ ਤੋਂ ਬਾਅਦ ਪੂਰੀ ਘਟਨਾ ਜਿਹੜੀ ਕਿ ਕੈਮਰਿਆਂ ਦੇ ਵਿੱਚ ਕੈਦ ਹੋ ਜਾਂਦੀ ਹੈ, ਜਿਸ ਦੀ ਸੀਸੀਟੀਵੀ ਫੁਟੇਜ ਤੁਸੀਂ ਆਪਣੀ ਟੀਵੀ ਸਕਰੀਨ ਤੇ ਦੇਖ ਰਹੇ ਹੋ। ਪਰ ਵੱਡਾ ਸਵਾਲ ਇੱਥੇ ਇਹ ਉੱਠਦਾ ਹੈ ਕਿ ਲਗਾਤਾਰ ਅਜਿਹੀਆਂ ਲੁੱਟ ਦੀਆਂ ਵਾਰਦਾਤਾਂ ਤੋਂ ਬਾਅਦ ਮਾਹੌਲ ਹੈ ਜਿਹੜਾ ਉਹ ਦਹਿਸ਼ਤ ਭਰਿਆ ਬਣਿਆ ਹੋਇਆ ਹੈ। ਤੁਹਾਡੀਆਂ ਗੱਡੀਆਂ ਲਈ ਕਿਸੇ ਵੀ ਤਰ੍ਹਾਂ ਦੀ ਮੁਰੰਮਤ ਜਾਂ 4 ਵੀਲਰ ਹੈਲਪਲਾਈਨ ਜੇਕਰ ਤੁਸੀਂ ਭਾਲ ਰਹੇ ਹੋ ਤਾਂ ਸੰਪਰਕ ਕਰੋ ਤੁਹਾਡੇ ਆਪਣੇ ਸ਼ਹਿਰ ਵਿਨੀਪੈਗ 'ਚ ਟਾਊਨ ਆਟੋ ਬਾਡੀ ਵਿਖੇ ਦਿਲਬਾਗ ਸਿੰਘ ਹੋਰਾਂ ਨਾਲ। ਮੇਰਾ ਨਾਮ ਹੈ ਦਿਲਬਾਗ ਸਿੰਘ ਤੇ ਮੈਂ ਤੁਹਾਡੇ ਆਪਣੇ ਸ਼ਹਿਰ ਵਿਨੀਪੈਗ ਦੇ ਵਿੱਚ ਟਾਊਨ ਆਟੋ ਬਾਡੀ ਲੈ ਕੇ ਹਾਜ਼ਰ ਹੋਏ ਹਾਂ ਤੇ ਇੱਥੇ ਛੋਟੇ ਤੋਂ ਛੋਟਾ ਵੱਡੇ ਤੋਂ ਵੱਡਾ ਹਰ ਇੱਕ ਬਾਡੀ ਵਰਕ ਕੀਤਾ ਜਾਂਦਾ। ਜੇਕਰ ਤੁਹਾਡੀ ਗੱਡੀ ਦਾ ਐਕਸੀਡੈਂਟ ਹੋ ਗਿਆ ਹੈ ਤੇ ਤੁਸੀਂ MP ਸਰਟੀਫਾਈਡ ਸ਼ਾਪ ਲੱਭ ਰਹੇ ਹੋ ਤਾਂ ਤੁਹਾਨੂੰ ਕਿਸੇ ਹੋਰ ਜਾਣ ਦੀ ਲੋੜ ਨਹੀਂ ਹੈ, ਤਾਂ ਤੁਸੀਂ ਆਪਣੇ ਸ਼ਹਿਰ ਟਾਊਨ ਆਟੋ ਬਾਡੀ ਸਰਚ ਕਰਕੇ ਆ ਸਕਦੇ ਹੋ, ਜਿਹੜੀ ਕਿ ਤੁਹਾਨੂੰ MPA ਸਰਟੀਫਾਈਡ ਸਾਰਾ ਕੰਮ ਪ੍ਰੋਵਾਈਡ ਕਰਦੀ ਆ। ਇੱਥੇ ਇਹ MPA ਦੇ ਵਿੱਚ ਡਾਇਰੈਕਟ ਬਿਲਿੰਗ, MPA ਸਰਟੀਫਾਈਡ ਹਰ ਤਰ੍ਹਾਂ ਦੇ ਕੰਮ ਲੇਟੈਸਟ ਮਸ਼ੀਨਾਂ ਨਾਲ ਤਸੱਲੀ ਬਖਸ਼ ਕੀਤਾ ਜਾਂਦਾ ਹੈ। ਤੇ ਨਾਲ ਹੀ ਨਾਲ ਜਿੰਨਾ ਚਿਰ ਤੁਹਾਡੀ ਗੱਡੀ ਇੱਥੇ ਰਿਪੇਅਰ ਲਈ ਹੋਵੇਗੀ ਤੁਹਾਨੂੰ ਰੈਂਟਲ ਕਾਰ ਪ੍ਰੋਵਾਈਡ ਕੀਤੀ ਜਾਵੇਗੀ, ਜਿਹੜੀ ਕਿ ਇੱਕੋ ਹੀ ਜਗ੍ਹਾ ਤੋਂ ਤੁਹਾਨੂੰ ਮਿਲੇਗੀ। ਰੈਂਟਲ ਕਾਰ ਨਾ ਕਿ ਬਲਕਿ ਵਿਨੀਪੈਗ ਸੋਗੋ ਦੀ ਅਸੀਂ ਬ੍ਰੈਂਡਨ ਵਿੱਚ ਵੀ ਪ੍ਰੋਵਾਈਡ ਕਰਦੇ ਹਾਂ। ਉਹ ਤੁਹਾਡੇ ਕੋਲ MPA ਕਲੇਮ ਆ, ਅਸੀਂ MPA ਸਰਟੀਫਾਈਡ ਆ, ਸੋ MPA ਕਲੇਮ ਦੇ ਵਿੱਚ ਸਿੱਧਾ ਡਾਇਰੈਕਟ ਬਿਲ ਕਰਦੇ ਆ MPI ਨੂੰ। ਜੇ ਤੁਸੀਂ ਪ੍ਰਾਈਵੇਟ ਗੱਡੀ ਲੈਣੀ ਆ ਇਨ ਪਰਮਿਸ ਆਊਟ ਆਫ ਪਰਮਿਸ ਅਸੀਂ ਸਭ MPA ਨਾਲ ਡਾਇਰੈਕਟ ਕਰਦੇ ਆ, ਤੁਸੀਂ ਪ੍ਰਾਈਵੇਟ ਵੀ ਸਾਡੇ ਤੋਂ ਗੱਡੀ ਲੈ ਸਕਦੇ ਹੋ। ਹਾਂਜੀ ਸਤਿ ਸ੍ਰੀ ਅਕਾਲ ਜੀ। ਮੇਰੀ ਗੱਡੀ ਦਾ ਇੱਥੇ ਇੱਕ ਡੈਂਟ ਜਿਹਾ ਪੈ ਗਿਆ ਸੀਗਾ, ਉਸ ਤੋਂ ਬਾਅਦ ਮੈਂ ਇਹਨਾਂ ਕੋਲ ਟਾਊਨ ਆਟੋ ਬਾਡੀ ਵਾਲਿਆਂ ਕੋਲ ਆਇਆ ਤੇ MPI ਤੋਂ ਕਲੇਮ ਲੈਣ ਤੋਂ ਬਾਅਦ ਇਹਨਾਂ ਕੋਲ ਗੱਡੀ ਆਪਾਂ ਨੇ ਰੱਖ ਦਿੱਤੀ ਤੇ ਥੋੜੀ ਦਿਨਾਂ ਦੇ ਵਿੱਚ ਇਹਨਾਂ ਨੇ ਗੱਡੀ ਮੇਰੀ ਪੂਰੀ ਚੰਗੀ ਤਰ੍ਹਾਂ ਮੁਕੰਮਲ ਕਰਕੇ ਸਹੀ ਕਰਕੇ ਦੇ ਦਿੱਤੀ ਹੈ ਤੇ ਨਾਲ ਦੀ ਨਾਲ ਇਹਨਾਂ ਨੇ ਗੱਡੀ ਦੀ ਮੇਰੀ ਦੀ ਡਿਟੇਲਿੰਗ ਵੀ ਕਰਤੀ, ਧੋਤੀ ਤੇ ਗੱਡੀ ਪੂਰੀ ਲਿਸ਼ਕਾਤੀ ਤੇ ਬਹੁਤ ਵਧੀਆ ਜਿਹੜੀ ਆ ਕਸਟਮਰ ਸਰਵਿਸ ਵੀ ਦਿੰਦੇ ਨੇ। ਤੇ ਜੇਕਰ ਤੁਹਾਨੂੰ ਉਸ ਟਾਈਮ ਤੇ ਜੇਕਰ ਤੁਹਾਡੀ ਗੱਡੀ ਖਰਾਬ ਹੋਈ ਹੈ ਤੇ ਕੋਈ ਰੈਂਟਲ ਗੱਡੀ ਤੁਸੀਂ ਚਲਾਉਣ ਨੂੰ ਲੈਣੀ ਹੈ ਤੇ ਉਹ ਵੀ ਜਿਹੜੀ ਹੈ ਤੁਹਾਨੂੰ ਪ੍ਰੋਵਾਈਡ ਕਰ ਦਿੰਦੇ ਨੇ। ਮੈਂ ਤੁਹਾਨੂੰ ਹਾਈਲੀ ਰਿਕਮੈਂਡ ਕਰਾਂਗਾ ਵਿਨੀਪੈਗ ਏਰੀਆ ਦੇ ਵਿੱਚ ਜਾਂ ਤੁਸੀਂ ਕਿਸੇ ਹੋਰ ਲਾਗ ਪਾਸ ਦੇ ਏਰੀਆ ਦੇ ਵਿੱਚ ਤੁਹਾਡੀ ਗੱਡੀ ਆ ਖਰਾਬ ਹੁੰਦੀ ਹੈ, ਤੁਸੀਂ ਇਹਨਾਂ ਕੋਲ ਪਹੁੰਚੋ ਤੇ ਬਹੁਤ ਹੀ ਵਧੀਆ ਸਰਵਿਸ ਤੇ ਜਲਦੀ ਜਿਹੜੀ ਤੁਹਾਨੂੰ ਆ ਤੁਹਾਡੀ ਗੱਡੀ ਚਲਦੀ ਕਰਕੇ ਦੇ ਦਿੰਦੇ ਨੇ। ਥੈਂਕ ਯੂ ਜੀ। ਸਰਵਿਸ ਦਾ ਲਾਭ ਉਠਾਉਣ ਲਈ ਹੁਣੇ ਕੰਟੈਕਟ ਕਰੋ ਟਾਊਨ ਆਟੋ ਬਾਡੀ 64 ਸੈਂਟਰ ਸਟਰੀਟ ਵਿਨੀਪੈਗ MB ਕੈਨੇਡਾ ਮੈਨੀਟੋਬਾ। ਸਾਡਾ ਕੰਟੈਕਟ ਨੰਬਰ ਹੈ +1204 421 1300।